चलो Yes, please. Sorry to late. There was some problem in the system. Good morning जी साਰਿਆਂ ਨੂੰ. Good morning, sir. Good morning. Okay, sir. Good morning, sir. Good morning, sir. Good morning ਜੀ. Let us start. ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਪੇਪਰ ਨੰਬਰ 5 CRPC ਤੇ IPC. ਆਪਣੇ ਆਪਣੇ ਇੰਡੈਕਸ ਖੋਲੋ ਜੀ. IPC ਤੇ CRPC. ਆਪਣੇ ਪਾਸ ਬੁੱਕਸ ਰੱਖ ਲਓ ਜੀ. IPC ਤੇ CRPC ਦਾ ਬੁੱਕਸ ਰੱਖ ਲਓ ਤੇ ਇਹਨਾਂ ਦੇ ਇੰਡੈਕਸ ਖੋਲੋ ਜੀ. ਕੀ ਇਹ ਕਿੱਥੋਂ ਪ੍ਰੋਬਲਮ ਆਦੀ ਸੀ? ਕੀ ਸਕਰੀਨ ਕੌਣ ਦਿੱਕਤ ਸੀਗੀ? ਅੱਛਾ ਚਲੋ ਕੋਈ ਗੱਲ ਨਹੀਂ, ਲੇਟ ਹੋਏ ਕਾਫੀ, ਅੱਧਾ ਘੰਟਾ ਤੇ ਪਹਿਲਾਂ ਹੀ ਦੱਸ ਦੇਣਾ ਸੀ ਸ਼ੁਭੀ ਨੂੰ ਵੀ ਸਿਸਟਮ ਚੱਲ ਨਹੀਂ ਰਿਹਾ. ਅੱਗੇ ਚਲੋ. ਕਿੱਥੇ ਇੰਗਲਿਸ਼ ਪੇਪਰ ਕਿੱਥੇ ਹੈ? हाँ जी खोले जी. ओपन बुक्स कर ली अपनी, इंडेक्स खोले जी. लेट अस स्टार्ट. पेपर नंबर 2019 फरवरी 2019 का पेपर डिस्कस करांगे जी. फरवरी 2019. अटेम्प्ट एनी 5 क्वेश्चंस फ्रॉम पार्ट 1 एंड 5 फ्रॉम पार्ट 2. ਤੁਹਾਡਾ ਇਹ ਜਿਹੜਾ ਪੇਪਰ ਹੈਗਾ ਦੋ ਪਾਰਟ 'ਚ ਵੰਡਿਆ ਗਿਆ. ਇੱਕ ਪਾਰਟ ਦੇ ਵਿੱਚ IPC ਹੈ, ਇੱਕ ਪਾਰਟ ਦੇ ਵਿੱਚ CRPC ਹੈ. ਹਰ ਇੱਥੇ ਤੁਹਾਡੇ ਕੋਲੇ ਥੋੜੀ ਆਪਸ਼ਨ ਵੀ ਹੈਗੀ ਹੈ. ਹਰ ਪਾਰਟ ਦੇ ਵਿੱਚ 6 ਕੁਐਸਚਨ ਦਿੱਤੇ ਗਏ ਨੇ. 6 ਕੁਐਸਚਨ ਜੋ ਤੁਸੀਂ ਕੋਈ 5 ਕੁਐਸਚਨ ਕਰਨੇ ਨੇ. ਪਹਿਲਾ ਪਾਰਟ ਡਿਸਕਸ ਕਰਨ ਜਾ ਰਹੇ ਹਾਂ ਅਸੀਂ. ਪਾਰਟ ਨੰਬਰ 1 ਐਕਸਪਲੇਨ ਦ ਡਿਫਰੈਂਸਸ ਬਿਟਵੀਨ ਦ ਫੋਲੋਇੰਗ ਸਮਨ ਕੇਸ ਐਂਡ ਵਰੰਟ ਕੇਸ. ਪਹਿਲਾ ਕੁਐਸਚਨ ਨੰਬਰ 1 ਹੈਗਾ A B C D ਤੇ E. 5 ਪਾਰਟ ਹੈਗੇ ਆ. ਹਰ ਪਾਰਟ ਦੀ ਜਿਹੜੀ ਵੈਲਿਊ ਹੈਗੀ ਹੈ 2 ਨੰਬਰ ਦਾ ਹੈ. ਤੇ ਇਹਦੇ ਵਿੱਚ ਇਹ ਪਾਰਟ ਗੱਲ ਕਰ ਰਹੇ ਹਾਂ. ਪਹਿਲਾਂ ਸਮਨ ਕੇਸ ਤੇ ਵਰੰਟ ਕੇਸ ਦੀ ਡੈਫੀਨੇਸ਼ਨ ਦੱਸੋ ਜੀ ਕੀ ਹੁੰਦੀ ਹੈ. ਐਕਸਪਲੇਨ ਦ ਡਿਫਰੈਂਸ ਬਿਟਵੀਨ ਦਾ ਫੋਲੋਇੰਗ. ਇਹਨੇ ਡਿਫਰੈਂਸ ਪੁੱਛਿਆ, ਤੁਸੀਂ ਡੈਫੀਨੇਸ਼ਨ ਦੇ ਦੋਗੇ, ਆਪਣੇ ਆਪ ਹੀ ਡਿਫਰੈਂਸ ਆ ਜਾਏਗਾ. ਸਮਨ ਕੇਸ ਤੇ ਵਰੰਟ ਕੇਸ. ਕਿੱਥੋਂ ਦਿਓਗੇ ਜੀ? CRPC definition. हाँ, सेक्शन 2 निकालो जी. सेक्शन 2 CRPC. Section 2 ਦੇ WXI. हाँ जी, ਇੱਥੇ ਤੁਹਾਡੇ ਕੋਲ ਡੈਫੀਨੇਸ਼ਨ ਹੈ ਬੇਲੇਬਲ ਅਫੈਂਸ, ਚਾਰਜ, ਕੋਗਨੀਟਿਵ ਅਫੈਂਸ, ਕੰਪਲੇਂਟ. ਠੀਕ ਹੈ ਜੀ. ਇੱਥੇ ਸਮਨ ਕੇਸ W ਤੇ W ਪਾਰਟ W ਤੇ ਸੌਰੀ W ਤੋਂ X W and X. Yes, tell me. ਠੀਕ ਹੈ ਜੀ. ਸਮਨ ਕੇਸ ਤੇ ਵਾਰੰਟ ਕੇਸ. Summon case means a case relating to an offence not being a warrant case. Warrant case means a case relating to an offence punishable with death, imprisonment for life or imprisonment for a term exceeding 2 years. ਜਿੱਥੇ 2 ਸਾਲ ਤੋਂ ਵੱਧ ਸਜ਼ਾ ਹੋ ਸਕਦੀ ਹੋਵੇ ਕਿਸੇ ਕੇਸ ਵਿੱਚ ਤਾਂ ਅਸੀਂ ਵਾਰੰਟ ਜਾਰੀ ਕਰਦੇ ਹਾਂ ਜੀ. ਜੇ 2 ਸਾਲ ਤੋਂ ਘੱਟ ਸਜ਼ਾ ਹੋ ਸਕਦੀ ਹੋਈ ਤਾਂ ਸਮਨ ਜਾਰੀ ਕੀਤੇ ਜਾਂਦੇ ਨੇ. ਠੀਕ ਹੈ ਜੀ. ਇਹ ਡਿਫਰੈਂਸ ਹੈਗਾ ਦੋਨਾਂ ਕੇਸਾਂ ਦੇ ਵਿੱਚ. ਸਮਨ ਕੇਸ ਦੇ ਵਿੱਚ 2 ਸਾਲ ਤੋਂ ਘੱਟ ਸਜ਼ਾ ਹੋਵੇ ਤਾਂ ਅਸੀਂ ਸਮਨ ਜਾਰੀ ਕਰ ਸਕਦੇ ਹਾਂ. ਜੇ 2 ਸਾਲ ਤੋਂ ਵੱਧ ਜਿਹੜਾ ਹੈਗਾ ਤਾਂ ਵਾਰੰਟ ਕੇਸ ਹੁੰਦਾ ਹੈ. 2 ਸਾਲ ਤੋਂ ਵੱਧ ਸਜ਼ਾ ਜਿਹੜੇ ਕੇਸ ਵਿੱਚ ਹੋ ਸਕਦੀ ਹੋਵੇ. ਦੈਨ ਆ ਗਿਆ ਪਲੀਡਰ ਐਂਡ ਪਬਲਿਕ ਪ੍ਰੋਸੀਕਿਊਟਰ. ਪਲੀਡਰ ਐਂਡ ਪਬਲਿਕ ਪ੍ਰੋਸੀਕਿਊਟਰ. You. हाँ जी. लीडर पब्लिक प्रोसिक्यूटर. Q और Q. Q और U. ठीक है जी, बिल्कुल ठीक है. लीडर
when used with the reference to any proceedings in any court means a person authorized by or under any law for the time being in force to practice in such court, and includes any other appointed with the permission of the court to act in such proceeding. Public prosecutor means any person appointed under section 24 and includes any person acting under the directions of a public prosecution. ਪਲੀਡਰ ਜਦੋਂ ਕੋਰਟ ਕਿਸੇ ਨੂੰ ਵਿਅਕਤੀ ਨੂੰ ਕਿਸੇ ਨੂੰ ਕੋਰਟ ਨੂੰ ਅਥੋਰਾਈਜ਼ ਕਰ ਦਿੰਦੀ ਹੈ, ਪਲੀਡਰ ਹੁੰਦਾ ਹੈ ਜਦੋਂ ਜਿਹੜੀ ਪ੍ਰੋਸੀਕਿਊਸ਼ਨ ਜੱਜ ਸਾਡੀ ਹੈਗੀ ਹੈ, ਪ੍ਰੋਸੀਕਿਊਸ਼ਨ ਦੇ ਬਿਹਾਫ ਤੇ ਕੋਈ ਵਿਅਕਤੀ ਕਿਸੇ ਕੇਸ ਨੂੰ ਪ੍ਰੋਸੀਡ ਕਰਦਾ ਹੈ, ਹੀ ਇਜ਼ ਕਾਲਡ ਪ੍ਰੋਸੀਕਿਊਸ਼ਨ ਪਬਲਿਕ ਪ੍ਰੋਸੀਕਿਊਟਰ। ਇਨਕੁਆਇਰੀ ਐਂਡ ਇਨਵੈਸਟੀਗੇਸ਼ਨ, ਇਨਕੁਆਇਰੀ ਐਂਡ ਇਨਵੈਸਟੀਗੇਸ਼ਨ टू जी ਜੀ ਤੇ ਐਚ, ਠੀਕ ਹੈ ਜੀ, ਜੀ ਤੇ ਐਚ ਡੈਫੀਨੇਸ਼ਨ। ਪੁਲਿਸ ਰਿਪੋਰਟ ਐਂਡ ਕੰਪਲੇਂਟ, आर ਹਾਂਜੀ ਪੁਲਿਸ ਰਿਪੋर्ट आ रही है। सी पुलिस रिपोर्ट एंड कंप्लेंट, डी टू जी एंड आर। ठीक है जी। देखो सिंपल जी गल है, जी कंप्लेंट होंगी है, कंप्लेंट डायरैक्ट मैजिस्ट्रेट ਨੂੰ ਕੀਤੀ ਜਾਂਦੀ ਹੈ, कंप्लेंट डायरैक्ट मैजिस्ट्रेट ਨੂੰ ਕੀਤੀ ਜਾਂਦੀ ਹੈ, ठीक है जी। मीन्स एनी एलिगेशंस मेड orally or in writing to a magistrate with a view to take action under this code that some persons whether known or unknown has committed an offence but does not include a police report। ਇਹ ਪੁਲਿਸ ਰਿਪੋਰਟ ਨਹੀਂ ਹੁੰਦੀ, ਇਹ ਕੰਪਲੇਂਟ ਜਿਹੜੀ ਹੁੰਦੀ ਹੈ ਡਾਇਰੈਕਟਲੀ ਅਸੀਂ ਮੈਜਿਸਟ੍ਰੇਟ ਨੂੰ ਕਰਦਾ ਕੋਈ ਵਿਅਕਤੀ, ਜਦੋਂ ਉਹਦੀ ਕੋਈ ਹੋਰ ਸੁਣਵਾਈ ਨਾ ਕਿਤੇ ਹੁੰਦੀ ਹੋਵੇ ਤਾਂ ਅਸੀਂ ਦੇਖਦੇ ਹਾਂ ਅਕਸਰ ਕੰਪਲੇਂਟ ਕਰ ਦਿੱਤੇ ਜਾਂਦੇ ਕੋਈ ਡਾਇਰੈਕਟਲੀ ਪੁਲਿਸ ਕੋਰਟ ਦੇ ਵਿੱਚ। ਨੈਕਸਟ ਹੈ ਜੀ cognizable offence and non-cognizable offence। टू सी बहुत इंपॉर्टेंट है जी, ठीक है, बहुत इंपॉर्टेंट रहेगा। कॉग्निजेबल ऑफेंस जी हैगी अरेस्ट कर सकते हैं विदाउट वारंट पुलिस ऑफिसर, ए एंड एल है जी, टू सी एंड हाँ एल। हाँ। मतलब इन्ना ही फर्क है, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਡਿਫਰੈਂਸ ਕੀ ਹੈ। ਤੁਸੀਂ ਜੇ ਆਪਦੀ ਓਨ ਲੈਂਗੁਏਜ ਵੀ ਲਿਖ ਦਿਓ ਸੈਕਸ਼ਨਸ ਪਾ ਕੇ, ਕੌਗਨੀਜੇਬਲ ਅਫੈਂਸ ਦੇ ਜਿਹੜੀ ਪੁਲਿਸ ਹੈਗੀ ਹੈ, ਹੀ ਹੈਜ਼ ਦ ਅਥਾਰਟੀ ਟੂ ਅਰੈਸਟ ਐਨੀ ਪਰਸਨ। ਜੇ ਕੇਸ ਕੌਗਨੀਜੇਬਲ ਅਫੈਂਸ ਦੇ ਨੇਚਰ ਦਾ ਹੈਗਾ ਤਾਂ ਪੁਲਿਸ ਆਫੀਸਰ ਕੈਨ ਅਰੈਸਟ ਵਿਦਾਊਟ ਵਾਰੰਟ। ਨॉन ਕੌਗਨੀਜੇਬਲ ਕੇਸਿਸ ਪੁਲਿਸ ਆਫੀਸਰ ਕੈਨ ਨਾਟ ਅਰੈਸਟ ਵਿਦਾਊਟ ਦ ਵਾਰੰਟ ਟੂ ਅ ਪਰਸਨ, ਠੀਕ ਹੈ ਜੀ। नेक्स्ट चलते हैं क्वेश्चन नंबर 2, who are entitled for the maintenance, who are entitled for the maintenance, from whom and how maintenance can be recovered from the defaulter। देखो मेंटेनेंस ਤੇ ਪਹੁੰਚੋ, ਪਹਿਲਾਂ ਮੇਨਟੇਨੈਂਸ ਦੀ ਗੱਲ ਕਿੱਥੇ ਚੱਲਦੀ ਸੀਗੀ, ਆਪਾਂ ਪੜ੍ਹ ਕੇ ਗਏ ਆ ਪਿੱਛੇ। ਮੇਨਟੇਨੈਂਸ ਕੌਣ ਲੈਂਦਾ ਹੈ, ਪੇਰੈਂਟਸ ਵੀ ਲੈਂਦੇ ਆ, ਵਾਈਫ ਵੀ ਲੈ ਸਕਦੀ ਹੈ, ਬੱਚੇ ਵੀ ਲੈ ਸਕਦੇ ਆ, ਪੇਰੈਂਟਸ ਵੀ ਲੈ ਸਕਦੇ ਆ ਮੇਨਟੇਨੈਂਸ, ਵਾਈਫ ਵੀ ਲੈ ਸਕਦੇ ਆ, ਘਰ ਦੇ ਵਿੱਚ ਜਿਹੜੇ ਬੱਚੇ ਹੈਗੇ ਉਹ ਵੀ ਲੈ ਸਕਦੇ ਆ ਮੇਨਟੇਨੈਂਸ। ਕਿਤੋਂ ਲੈਂਦੇ ਆ, ਆਪਣੇ 125 ਘਰ ਦੇ ਮੁਖੀ ਤੋਂ ਲੈਂਦੇ ਆ, ਠੀਕ ਹੈ ਜੀ। CRPC ਸੈਕਸ਼ਨ 125, ਠੀਕ ਹੈ ਜੀ। ਇਹਦੇ ਵਿੱਚ ਕਿਹਾ ਗਿਆ ਅੱਗੇ ਕੁਐਸਚਨ ਜਿਹੜਾ ਹੈਗਾ, who are entitled to for the maintenance, from whom and how, from whom and how maintenance can be recovered from the defaulter। ਜੇ ਕੋਈ ਮੇਨਟੇਨੈਂਸ ਨਾ ਦੇਵੇ ਤਾਂ ਫਿਰ ਕਿਵੇਂ ਰਿਕਵਰੀ ਹੋਏਗੀ ਡਿਫਾਲਟਰ ਤੋਂ। सेक्शन 128 ਹਾਂ, ਉਹ ਜਿਹੜਾ ਆਪਣਾ ਪ੍ਰੋਸੈਸ ਉਹੀ ਹੁੰਦਾ ਹੈ, ਈਅਰਸ ਜਦੋਂ ਅਸੀਂ ਲੈਂਡ ਰੈਵਨਿਊ ਐਕਟ ਦੇ ਤਹਿਤ ਵਸੂਲੀ ਕਰਦੇ ਹਾਂ, ਠੀਕ ਹੈ, ਉਹ ਪ੍ਰੋਸੈਸ ਵੀ ਅਡਾਪਟ ਕੀਤਾ ਜਾ ਸਕਦਾ ਹੁੰਦਾ ਹੈ। ਤੁਹਾਡਾ 128 ਸੈਕਸ਼ਨ ਇਨਫੋਰਸਮੈਂਟ ਆਫ ਆਰਡਰ ਆਫ ਮੇਨਟੇਨੈਂਸ, ਇਹ ਵੀ ਨਾਲ ਲੱਗੇਗਾ ਜੀ, ਠੀਕ ਹੈ। ਔਰ ਮੇਨਟੇਨੈਂਸ ਦੀ ਖਰਚਾ ਨਹੀਂ ਦੇ ਰਿਹਾ ਤਾਂ ਫਿਰ ਉਹਨੂੰ ਕਿਵੇਂ ਰਿਕਵਰੀ ਕਰਨੀ ਉਸ ਤੋਂ। ਵਾਟ ਆਰ ਦਾ ਪਬਲਿਕ ਨਿਊਸੈਂਸ,
ਮਤਲਬ ਜਿਹੜਾ ਪਾਰਟ ਹੈ ਸਾਰਾ ਸੀਆਰਪੀਸੀ ਨਾਲ ਰਿਲੇਟਡ ਹੈ। ਠੀਕ ਹੈ ਜੀ, ਕੰਸੈਂਟਰੇਟ ਕਰ ਤੁਸੀਂ ਸੀਆਰਪੀਸੀ ਦੀ ਕਰਨਾ ਫਿਲਹਾਲ ਪਹਿਲੇ ਪਾਰਟ ਦੇ ਵਿੱਚ, ਪਹਿਲੇ ਪਾਰਟ ਦੇ ਲਈ। Question number 3, what are the public nuisance? How they can be removed and why? Which authority? ਤੁਸੀਂ ਰੂਟੀਨ ਦੇ ਵਿੱਚ ਯੂਜ਼ ਕਰਦੇ ਹੋ, ਰੂਟੀਨ ਦੇ ਵਿੱਚ ਸਾਡਾ ਆਫਿਸ ਰੂਟੀਨ ਯੂਜ਼ ਕਰਦਾ ਹੈ। ਹਾਂ, ਸਾਡਾ ਆਫਿਸ ਰੂਟੀਨ ਯੂਜ਼ ਕਰਦਾ ਹੈ। ਜਦੋਂ ਕਿਸੇ ਕੋਈ ਰਸਤਾ ਰੋਕ ਲੈਂਦਾ, ਕੋਈ ਵਹੀਲ ਰੋਕ ਲੈਂਦਾ, ਕਿਸੇ ਦੀ ਚੱਲਦੇ ਰਸਤੇ ਨੂੰ ਕੋਈ ਰੋਕ ਲੈਂਦਾ, ਤਾਂ ਐਸਡੀਐਮ ਕੋਰਟ ਦਾ ਜਿਹੜੀ ਹੈਗੀ ਐਸਡੀਐਮ ਕੋਰਟ ਦੇ ਵਿੱਚ ਐਜ ਮੈਜਿਸਟ੍ਰੇਟ, ਸਬ ਡਿਵੀਜ਼ਨਲ ਮੈਜਿਸਟ੍ਰੇਟ ਕੋਲ ਪਾਵਰਸ ਹੁੰਦੀਆਂ ਨੇ ਇਹ। ਠੀਕ ਹੈ, ਉੱਥੇ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਐਸਡੀਐਮ ਦੇ ਸੀਆਰਪੀਸੀ 133 ਪਬਲਿਕ ਨਿਊਸੈਂਸ ਨੂੰ ਰਿਮੂਵ ਕਰਨ ਦੇ ਲਈ। ਕੰਡੀਸ਼ਨਲ ਆਰਡਰ ਫਾਰ ਦਾ ਰਿਮੂਵਲ ਆਫ ਨਿਊਸੈਂਸ। ਕੁਐਸਚਨ ਕੀ ਹੈ? who are entitled to what are public nuisance? ठीक है, how can they be removed and by which authority? 133 जी कवर होगा सारा जी कि नहीं? Section 268 sir, IPC, what are public nuisance? वन 133 कवर नहीं होता। और डेफिनेशन है ना ਉਹਦੀ फ्री यूजेज ਚ ਦਿੱਤੀ ਹੈਗੀ। हाँ, ਕਿੰਨਾ ਸੈਕਸ਼ਨ ਬੋਲਿਆ ਤੁਸੀਂ ਭਾਜੀ? ਪਬਲਿਕ ਨਿਊਸੈਂਸ 258 कह रहे थे। 140 ਹੈ ਜੀ। 140 ਹੈ ਜੀ। ਇੱਕ ਪੇਜ ਹੋਰ ਕਰਕੇ ਦੱਸੋ। 140 हाँ जी, 133 140 ਹੈ ਜੀ। 133 ਦੇ ਵਿੱਚ ਤਾਂ ਕੰਡੀਸ਼ਨਲ ਆਰਡਰ ਫਾਰ ਦਾ ਰਿਮੂਵਲ ਆਫ ਨਿਊਸੈਂਸ। 140 ਹੈਗਾ ਪਾਵਰ ਆਫ ਮੈਜਿਸਟ੍ਰੇਟ ਟੂ ਫਿਨਿਸ਼ ਰਿਟਨ ਪਬਲਿਕ ਸੈਕਸ਼ਨ। ਨਿਊਸੈਂਸ ਨੂੰ ਕਿੱਦਾਂ ਡਿਫਾਈਨ ਕਰਨਾ ਇਹ ਪਹਿਲਾਂ ਦੱਸੋ ਯਾਰ। ਇਹ ਚੀਜ਼ ਇਹ ਤਾਂ ਰਿਮੂਵਲ ਐਕਟ ਤੇ ਆ ਗਈ, ਇੱਕ ਪ੍ਰੋਸੀਜਰ ਹੈ ਪਾਵਰ ਆਫ ਮੈਜਿਸਟ੍ਰੇਟ ਟੂ ਫਰਨਿਸ਼ ਰਿਟਨ ਸਟੇਟਮੈਂਟਸ। ਡੈਫੀਨੇਸ਼ਨ ਸਰ 268 ਵਿੱਚ ਡੈਫੀਨੇਸ਼ਨ ਹੀ ਆ ਮੇਰੇ ਖਿਆਲ ਨਾਲ, ਜਿਹੜਾ IPC ਦਾ 268 ਸੈਕਸ਼ਨ ਚੈੱਕ ਕਰਿਓ ਸਰ। 268 ਪਬਲਿਕ ਨਿਊਸੈਂਸ ਦਾ ਹੈਗਾ। ਪਬਲਿਕ ਨਿਊਸੈਂਸ 'ਚ ਕਿੰਨੀ ਸਜ਼ਾ ਹੁੰਦੀ ਹੈ, ਇਹ ਉਹ ਐਸਾ ਕੁਝ ਉਹਦੇ 'ਚ ਹੁੰਦਾ ਹੈ। ਵੈਸੇ ਤਾਂ ਸੀਆਰਪੀਸੀ ਦਾ ਯਾਰ ਤੁਸੀਂ public nuisance, a person is guilty of a public nuisance who does any act or is guilty of an illegal omission which causes any offense commission injury। ਇੱਥੇ ਡੈਫੀਨੇਸ਼ਨ ਦਿੱਤੀ ਗਈ ਹੈ public nuisance ਦੀ, ਕਿੰਨੇ ਸੈਕਸ਼ਨ ਸੈਕਸ਼ਨ 268 ਦੇ ਸਕਦੇ ਹੋ, ਕੋਈ ਗੱਲ ਨਹੀਂ। ਠੀਕ ਹੈ, ਬਟ ਇਹ ਜਿਹੜਾ ਕੁਐਸਚਨ ਹੈਗਾ ਰੈਲੀਵੈਂਟ ਹੈਗਾ ਸੀਆਰਪੀਸੀ ਦਾ। ਠੀਕ ਹੈ, ਪਰ ਇਸਨੇ ਤੁਹਾਨੂੰ ਤੋਂ ਪੁੱਛ ਲਿਆ ਵਾਟ ਆਰ ਦਾ ਪਬਲਿਕ ਨਿਊਸੈਂਸ। ਪਬਲਿਕ ਨਿਊਸੈਂਸ ਦੀ ਡੈਫੀਨੇਸ਼ਨ ਤੁਸੀਂ ਇੱਥੇ ਲਿਖ ਕੇ ਦੇ ਸਕਦੇ ਹੋ, ਕੋਈ ਗੱਲ ਨਹੀਂ, ਇੱਥੋਂ ਕਵਰ ਕਰ ਸਕਦੇ ਹੋ ਤੇ ਨਾਲ ਹੀ 133 ਲਿਖ ਸਕਦੇ ਹੋ। ਠੀਕ ਹੈ ਜੀ। ਨੈਕਸਟ ਆ ਗਿਆ ਜੀ ਕੁਐਸਚਨ ਨੰਬਰ 4, ਹੂ ਇਜ਼ ਵਿਕਟਿਮ। ਵਿਕਟਿਮ ਇਹ ਜਿਹੜਾ ਕੁਐਸਚਨ ਨੰਬਰ 4 ਹੈ, ਇਹਦੇ ਵੀ A B C D ਤੇ E 5 ਪਾਰਟ ਬਣਾਏ ਗਏ ਹੈ। ਹਰ ਪਾਰਟ ਜਿਹੜਾ 2 ਨੰਬਰ ਦਾ ਹੈ। ਠੀਕ ਹੈ ਜੀ। ਤੇ ਪਹਿਲਾ ਇਹਦਾ A ਪਾਰਟ ਹੈ, ਹੂ ਇਜ਼ ਵਿਕਟਮ। ਵਿਕਟਮ ਕੌਣ ਹੁੰਦਾ? ਆਪਾਂ ਜਵਾਨੀ ਗੱਲ ਕਰ ਲਈ ਪਹਿਲਾਂ। ਤਾਂ ਵਿਕਟਮ ਕੌਣ ਹੁੰਦਾ ਦੱਸੋ ਜੀ? ਪੀੜਤ ਵਿਅਕਤੀ, ਜਿਹਦੇ ਅਗੇਂਸਟ ਕੋਈ ਜੁਰਮ ਹੋਇਆ ਹੋਵੇ, ਜਿਹਦੇ ਅਗੇਂਸਟ ਕੋਈ ਜੁਰਮ ਹੋਇਆ, ਪੀੜਤ ਵਿਅਕਤੀ, ਉਹਨੂੰ ਅਸੀਂ ਵਿਕਟਮ ਕਹਿੰਦੇ ਹਾਂ। ਠੀਕ ਹੈ, ਇਹਦੀ ਡੈਫੀਨੇਸ਼ਨ ਤੁਸੀਂ ਦੇ ਦਿਓ, ਇੱਥੋਂ ਮੇਰੇ ਖਿਆਲ ਹੋਏਗੀ ਕਲਾਸ ਸੈਕਸ਼ਨ 2 ਦੇ ਵਿੱਚ 2WA ਸ਼ਾਇਦ ਹੈਗੀ ਹੈ।
2WE ठीक है जी, ਮਿਲ ਗਿਆ ਜੀ 2WA ਦੇ ਵਿੱਚ। ਤੁਸੀਂ ਜੇ ਕਿਤੇ ਨਾ ਵੀ ਲੱਭੇ ਤੁਸੀਂ ਲਿਖ ਦਿਓ, ਆਪਣੇ ਕੋਲ ਲਿਖ ਦਿਓ ਜੀ, ਦੋ ਲੈਣਾ, ਕੁਝ ਨਹੀਂ ਹੈਗਾ ਇਹਦੇ ਵਿੱਚ, ਠੀਕ ਹੈ। इससे भी सेक्शन लिखना डेफिनेशन भी जरूरी है ਹੈ और डेफिनेशन दो चैप्टर का है, दो चैप्टर का है WE ਹਾਂਜੀ डेफिनेशन ਚ ਹੈਗਾ ਸਰ ਸੈਕਸ਼ਨ हाँ। 2 ਦੇ ਵਿੱਚ WE हाँ 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 ठीक है, यही लिखोगे जी। सिंपल लैंग्वेज लिखोगे, पर्सन अगेंस्ट whom offense has been committed is called victim। अपनी लैंग्वेज च लिख दोगे ज़्यादा बेटर बढ़िया होएगा, ठीक है जी। पर्सन अगेंस्ट whom offense has been committed is called victim, ऐसा लिखोगे, ठीक है। ये डेफिनेशन की लिखा है, जरा पढ़ो कौन WH की लिखा है, पढ़ो जी, मेरी बुक तो नहीं हैगा है। ਇਹ ਸਰ ਲਿਖਿਆ ਵੀ victim means a person who has suffered any loss or injury caused by reason of the act or omission for which the accused person has been charged, and the act of omission charged and the expression victim includes his her guardian or legal heir। नहीं नहीं, ਤੁਸੀਂ ਸਿੰਪਲ ਲਿਖੋਗੇ ਜੀ, a person against whom any offense has been committed under the law IPC, ठीक है, is called victim। ਸਿੰਪਲ ਲੈਂਗੁਏਜ ਲਿਖੋਗੇ ਜ਼ਿਆਦਾ ਵਧੀਆ ਨੰਬਰ ਆਣਗੇ, ਜਿਵੇਂ ਤੁਸੀਂ ਇਹ ਕਾਪੀ ਕਰਕੇ ਲਿਖੋਗੇ ਤਾਂ ਇੰਨੇ ਵਧੀਆ ਨੰਬਰ ਆਉਣ ਦੀ ਸੰਭਾਵਨਾ ਘੱਟ ਹੁੰਦੀ ਹੈ, ਠੀਕ ਹੈ। ਜੇ ਕਿਸੇ ਕੋਈ ਲਿਖ ਸਕਦਾ ਤਾਂ ਠੀਕ ਹੈ, ਨਹੀਂ ਤਾਂ ਫਿਰ ਤੁਸੀਂ ਕਾਪੀ ਇੱਥੋਂ ਕਰ ਦਿਓ, ਠੀਕ ਹੈ ਜੀ। ਮਤਲਬ ਤੱਕ ਦੇਖੋ, ਕਹਿਣ ਦਾ ਐਗਜ਼ਾਮੀਨਰ ਦਾ ਮਤਲਬ ਇਹ ਹੁੰਦਾ ਵੀ ਇਹਨੂੰ ਨੌਲੇਜ ਹੈਗੀ ਜਾਂ ਨਹੀਂ ਹੈਗੀ। ਕਾਪੀ ਕਰਨਾ ਕੁਝ ਗੱਲ ਹੋਰ ਹੈ, ਆਪਦੀ ਓਨ ਲੈਂਗੁਏਜ ਲਿਖਣਾ ਕੁਝ ਗੱਲ ਹੋਰ ਹੈ। ਓਨ ਲੈਂਗੁਏਜ ਜੇ ਕੋਈ ਕੁਐਸਚਨ ਅਟੈਂਪਟ ਕਰਦਾ ਹੈ ਤਾਂ ਜ਼ਿਆਦਾ ਬੈਟਰ ਹੁੰਦਾ ਹੈ, ਕਾਪੀ ਕਰਦਾ ਹੈ ਤਾਂ ਕੁਝ ਗੱਲ ਹੋਰ ਹੁੰਦੀ ਹੈ, ਠੀਕ ਹੈ। ਉਹਦੇ ਨੰਬਰ ਇੰਨੀ ਵੇਟੇਜ ਘੱਟ ਹੁੰਦੀ ਉਹਦੀ। ਦੈਨ ਆ ਜਾਓ ਕਲਾਸਿਸ ਆਫ ਦਾ ਕ੍ਰਿਮੀਨਲ ਕੋਡਸ। ਕਲਾਸਿਸ ਆਫ ਦਾ ਕ੍ਰਿਮੀਨਲ ਕੋਡਸ अंडर सेक्शन 6 है सर सीआरपीसी ਦਾ ਜੀ सीआरपी ਦਾ टैक्सी ਕਲਾਸਿਸ ਆਫ ਕ੍ਰਿਮੀਨਲ ਕੋਡਸ। ਦੇਖੋ ਤੁਸੀਂ ਯਾਦ ਰੱਖੋ ਜਰਾ, ਤੁਹਾਨੂੰ ਇਥੋਂ ਧਿਆਨ ਹੋਏਗਾ, ਇਹ ਜੀ ਕਲਾਸਿਸ ਆਫ ਦਾ ਰੈਵਨਿਊ ਆਫਿਸ ਰਹਿੰਦਾ ਹੈ ਤਾਂ ਕਿਹੜਾ ਸੈਕਸ਼ਨ ਹੈ ਸਾਡਾ ਲੈਂਡ ਰੈਵਨਿਊ ਐਕਟ ਦਾ, ਤਾਂ ਵੀ 6 ਸੈਕਸ਼ਨ ਆ ਜਾਂਦਾ ਹੈ, ਠੀਕ ਹੈ ਜੀ। classes of criminal codes 6 सेक्शन कवर कर देगा जी पूरा का पूरा। कोर्ट सैशन जुडिशियल मैजिस्ट्रेट फर्स्ट क्लास सेकंड क्लास एग्जेक्टिव मैजिस्ट्रेट ਦੇ ਵਿੱਚ ਆ ਗਈ, ठीक है। ओके जी, नेक्स्ट चलांगे ਅਸੀਂ what is matter of metropolitan area। metropolitan area दो के सर सीआरपी का 8 नंबर 8 हाँ जी, सर दो केज भी हैगी डेफिनेशन कादी जी, मैट्रोपोलिटन 2K ਦੇ ਵਿੱਚ metropolitan area। डेफिनेशन metropolitan area means the area declared or deemed to be declared under section 8 to be metropolitan area। 8 नंबर लिखना जी, ठीक है। और डेफिनेशन अच्छी भी दे सकते हैं हाँ लिख सकते हैं जी। The state government may by notification declare that as
देखो ਮੈਟ੍ਰੀਪੋਲੀਟਨ ਏਰੀਆ ਕਿੱਥੇ ਡਿਕਲੇਅਰ ਕਰਦੇ ਸੀ, ਜਿੱਥੇ ਵੱਡੇ ਸਿਟੀ ਹੋ ਜਾਂਦੇ ਨੇ, ਬੰਬੇ, ਕਲਕੱਤਾ, ਮਦਰਾਸ, ਠੀਕ ਹੈ, ਉੱਥੇ ਅਸੀਂ ਮੈਟ੍ਰੀਪੋਲੀਟਨ ਏਰੀਆ ਉਸਨੂੰ ਸਿਟੀ ਨੂੰ ਡਿਕਲੇਅਰ ਕੀਤਾ ਜਾਂਦਾ ਹੈ। ਉੱਥੇ ਜਿਹੜੇ ਮੈਜਿਸਟਰੇਟ ਉੱਥੇ ਕੋਰਟਾਂ ਹੁੰਦੀਆਂ ਨੇ, ਕੁਝ ਉੱਥੇ ਸਮਾਲ ਕਾਜ਼ਸ ਕੋਰਟਾਂ ਬਣਾਈਆਂ ਜਾਂਦੀਆਂ ਨੇ ਤਾਂ ਕਿ ਉਸ ਏਰੀਆ ਨੂੰ ਪੂਰੇ ਨੂੰ ਕਵਰ ਕੀਤਾ ਜਾ ਸਕੇ। ਇਸ ਤਰੀਕੇ ਨਾਲ ਉਹ ਜਿਹੜੇ ਏਰੀਆ ਹੁੰਦੇ ਨੇ ਗਵਰਨਮੈਂਟ ਵੱਲੋਂ ਬਾਈ ਨੋਟੀਫਿਕੇਸ਼ਨ ਡਿਕਲੇਅਰ ਕੀਤੇ ਜਾਂਦੇ ਨੇ ਮੈਟ੍ਰੀਪੋਲੀਟਨ ਏਰੀਆ। ਹੁਣ ਇੱਥੇ ਥੋੜਾ ਜਿਹੜਾ ਕੁਐਸਚਨ ਹੈ ਇਹ 2 ਨੰਬਰ ਦਾ ਹੈ, ਇਸ ਕਰਕੇ ਜੇ ਤੁਸੀਂ 8 ਸੈਕਸ਼ਨ ਲਿਖੋਗੇ ਤਾਂ ਤੁਹਾਡਾ ਬਹੁਤ ਲੰਬਾ ਚੌੜਾ ਹੋ ਜਾਏਗਾ, ਠੀਕ ਹੈ। ਤੁਸੀਂ ਜ਼ਿਆਦਾ ਬੈਟਰ ਹੈਗਾ ਵੀ ਤੁਸੀਂ ਮੈਟ੍ਰੀਪੋਲੀਟਨ ਵਿੱਚ ਸ਼ਾਰਟ 'ਚ ਲਿਖਿਆ ਹੋਇਆ ਹੈਗਾ ਹੈ ਜੀ, ਅੰਡਰ ਸੈਕਸ਼ਨ 8 ਦਾ ਹਵਾਲਾ ਇੱਥੇ ਵੀ ਦਿੱਤਾ ਹੋਇਆ ਵਿੱਚ ਡੈਫੀਨੇਸ਼ਨ ਦੇ ਵਿੱਚ ਵੀ। सेक्शन 8 का सर सब सेक्शन 1 ही आएगा मेरे ख्याल ये 2 नंबर का है। The state government may by notification declare that as from such date as may be specified in the notification, any area in the state comprising a city, town whose population exceeds 1 million shall be metropolitan area for the purpose of this code। बस इतना ही लिख दो जी, 8 ਦਾ 1 ਲਿਖ ਦੋਗੇ ਤੁਸੀਂ, ਸਫੀਸ਼ੀਐਂਟ ਹੈਗਾ 8 ਦਾ 1 ਪਾਰਟ ਕੱਲਾ, ਠੀਕ ਹੈ ਜੀ। ਦੈਨ ਅੱਗੇ ਆ ਗਿਆ ਜੀ ਡੀ ਕਲੌਜ਼, ਪਾਰਟ ਡੀ 4 ਸੈਕਸ਼ਨ ਪੇਪਰ ਕੁਐਸਚਨ ਨੰਬਰ 4 ਦਾ, ਹੂ ਇਜ਼ ਸਪੈਸ਼ਲ ਐਗਜ਼ੈਕਟਿਵ ਮੈਜਿਸਟ੍ਰੇਟ। 21 नंबर पे सेक्शन है स्पेशल एग्जीक्यूटिव मजिस्ट्रेट सेक्शन 21 पर नहीं, 13 नंबर पे है जी। हाँ जी 21 सेक्शन नहीं स्पेशल जुडिशियल मजिस्ट्रेट 13 नंबर, स्पेशल एग्जीक्यूटिव मजिस्ट्रेट की गल कर रहे हैं की है कि स्पेशल एग्जीक्यूटिव मजिस्ट्रेट की गल कर रहे हैं। 21 20 नंबर पे एग्जीक्यूटिव मजिस्ट्रेट है, 21 नंबर पे स्पेशल एग्जीक्यूटिव मजिस्ट्रेट है, ठीक है जी। पेन ब्रेक कर देन आ गया जी बेलेबल ऑफेंस 2A बेलेबल ऑफेंस 2A, नोट कर लो जी 2A, ठीक है बिल्कुल। ਆਪਣੇ ਸ਼ਡਿਊਲ ਬਣਿਆ ਹੋਇਆ ਪਿੱਛੇ ਬੁੱਕ ਦੇ ਵਿੱਚ, ਜਿੱਥੇ ਇੱਕ ਲਿਸਟਾਂ ਦਿੱਤੀਆਂ ਗਈਆਂ ਨੇ ਵੇਲੇਬਲ ਅਫੈਂਸ ਕਿਹੜੇ ਹੁੰਦੇ ਨੇ, ਨਾਨ ਵੇਲੇਬਲ ਅਫੈਂਸ ਕਿਹੜੇ ਹੁੰਦੇ ਨੇ, ਕਿਹੜੇ ਕੋਗਨੀਜੇਬਲ ਅਫੈਂਸ ਨੇ, ਕਿਹੜੇ ਨਾਨ ਕੋਗਨੀਜੇਬਲ ਅਫੈਂਸ ਨੇ। ਤੁਸੀਂ ਉੱਥੋਂ ਵੀ ਕਿਸੇ ਦੀ ਸਹਾਇਤਾ ਲੈ ਸਕਦੇ ਹੋ ਜੇਕਰ ਕਿਸੇ ਨੂੰ ਨਾ ਲੱਭੇ ਕੁਛ, ਠੀਕ ਹੈ ਜੀ। ਨੈਕਸਟ ਚੱਲਦੇ ਹਾਂ ਜੀ ਅੱਗੇ, ਹਾਊ ਬ੍ਰੀਚ ਆਫ ਪੀਸ ਰਿਗਾਰਡਿੰਗ ਡਿਸਪਿਊਟ ਟੂ ਦ ਇਮੂਵੇਬਲ ਪ੍ਰੋਪਰਟੀ can be averted by whom and under what provision of law। ਮੈਨੂੰ ਦੱਸਣਗੇ ਜੀ ਡਿਸਟ੍ਰਿਕਟ ਫਤਿਹਗੜ੍ਹ ਵਾਲੇ ਦੱਸਣਗੇ ਜੀ, ਡਿਸਟ੍ਰਿਕਟ ਫਤਿਹਗੜ੍ਹ ਬੋਲੇਗਾ ਜੀ, ਹੈਗਾ ਕੋਈ ਬੈਠੇ ਡਿਸਟ੍ਰਿਕਟ ਫਤਿਹਗੜ੍ਹ ਤੋਂ? ਅੱਜ ਕਿਹੜੇ ਡਿਸਟ੍ਰਿਕਟ ਬੈਠੇ ਜੀ ਆਪਾਂ ਆਨਲਾਈਨ, ਜਰਾ ਬੋਲੋ ਪਲੀਜ਼। संगरूर को यादव ਸੰਗਰੂਰ, ਨਾਮ ਕੱਲਾ ਬਸ ਡਿਸਟ੍ਰਿਕਟ ਬੋਲ ਦੋ ਕੱਲਾ। ਸੰਗਰੂਰ सर ਪਟਿਆਲਾ ਹੈਗੇ ਜੀ, ਪਟਿਆਲਾ ਤੋਂ ਬੈਠੇ ਆ ਜੀ। ਪਟਿਆਲਾ ਡਿਸਟ੍ਰਿਕਟ ਦੇ ਕੋਈ ਕਾਨੂੰਨ ਸਾਹਿਬਾਨ ਬੈਠੇ ਆ? ਅੱਗੇ ਚਲੋ ਹੈ ਜੀ। ਬਠਿੰਡਾ ਹੁਸ਼ਿਆਰਪੁਰ ਸਰ, ਬਠਿੰਡਾ, ਹੁਸ਼ਿਆਰਪੁਰ, मोहाली सर ਮੋਹਾਲੀ, ਗੁਰਦਾਸਪੁਰ, पठानकोट ਇੱਕ ਮਿੰਟ ਗੁਰਦਾਸਪੁਰ, ਪਠਾਨਕੋਟ, जलंधर जी ਪਠਾਨਕੋਟ, ਜਲੰਧਰ। ਇਹ ਮੈਂ ਤਾਂ ਲਿਖ ਰਿਹਾ ਜੀ ਕਿਉਂਕਿ ਏਦਾਂ ਨਾ ਸਾਰਿਆਂ ਨੂੰ ਮੌਕਾ ਮਿਲ ਜਾਂਦਾ ਦੱਸਣ ਦਾ, ਪਤਾ ਹੁੰਦਾ ਆਪ ਨੂੰ ਆਪਣੀ ਵੇਟੇਜ ਦਾ ਪਤਾ ਚੱਲ ਜਾਂਦਾ ਵੀ ਮੈਨੂੰ ਕਿੱਥੇ ਕਮਜ਼ੋਰੀ ਹੈ, ਕਿੱਥੇ ਮੈਨੂੰ ਹੋਰ ਪੜ੍ਹਨਾ ਚਾਹੀਦਾ ਹੈ। ਜੇ ਇੱਕ ਜਾਂ ਦੋ ਬੰਦੇ ਹੀ ਬੋਲੀ ਜਾਣ ਫਿਰ ਉਹ ਬਾਕੀਆਂ ਨੂੰ ਪਤਾ ਨਹੀਂ ਚੱਲਦਾ ਕੁਝ ਵੀ। ਜਲੰਧਰ, ਦੈਨ ਹੋਰ ਡਿਸਟ੍ਰਿਕਟ ਕਿਹੜਾ ਜੀ? ਰੋਪੜ, ਹੋਰ
ਸੰਗਰੂਰ, ਬਠਿੰਡਾ, ਹੁਸ਼ਿਆਰਪੁਰ, ਮੋਹਾਲੀ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਰੋਪੜ। ਬਸ ਜੀ, ਚਲੋ ਜੀ। ਫਤਿਹਗੜ੍ਹ ਵਾਲੇ ਹੈ ਨਹੀਂ ਕੋਈ ਅੱਜ? ਪਟਿਆਲਾ ਵੀ ਨਹੀਂ ਹੈ? ਹੈਗੇ ਜੀ ਸਰ, ਫਤਿਹਗੜ੍ਹ ਹੈਗਾ? ਗੁਰਦਾਸਪੁਰ ਹਾਂ ਫਤਿਹਗੜ੍ਹ ਹੈਗੇ। ਅੱਛਾ, ਪਟਿਆਲੇ ਤੋਂ ਕੋਈ ਨਹੀਂ ਅੱਜ ਆਏ ਕੋਈ ਪਟਿਆਲੇ ਤੋਂ। ਚਲੋ ਜੀ, ਫਤਿਹਗੜ੍ਹ ਦੱਸਣਗੇ ਜੀ। ਇਹ ਕੁਐਸਚਨ ਨੰਬਰ 5 ਆਪਾਂ ਪੜ੍ਹ ਰਹੇ ਸੀਗੇ। ਹਾਊ ਬ੍ਰੀਚ ਆਫ ਪੀਸ ਰਿਗਾਰਡਿੰਗ ਡਿਸਪਿਊਟ ਇਮੋਰਲ ਪ੍ਰਾਪਰਟੀ ਕੈਨ ਬੀ ਅਵਰਟਡ। ਬ੍ਰੀਚ ਆਫ ਪੀਸ ਜੇ ਕਿਤੇ ਜ਼ਮੀਨ ਨੂੰ ਲੈ ਕੇ ਕਿਤੇ ਕੋਈ ਝਗੜਾ ਪੈਂਦਾ ਹੈ ਦੋ ਪਾਰਟੀਆਂ ਦੇ ਵਿਚਕਾਰ, ਕਿਸੇ ਖਾਲ ਨੂੰ ਲੈ ਕੇ, ਕਿਸੇ ਖੇਤ ਨੂੰ ਲੈ ਕੇ, ਕਿਸੇ ਜ਼ਮੀਨ ਨੂੰ ਲੈ ਕੇ, ਕਿਸੇ ਰਸਤੇ ਨੂੰ ਲੈ ਕੇ, ਠੀਕ ਹੈ, ਦੋ ਪਾਰਟੀਆਂ ਵਿਚਕਾਰ ਕੋਈ ਡਿਸਪਿਊਟ ਕ੍ਰੀਏਟ ਹੁੰਦਾ ਹੈ। ਹਾਊ ਬ੍ਰੀਚ ਆਫ ਪੀਸ ਰਿਗਾਰਡਿੰਗ ਡਿਸਪਿਊਟ ਟੂ ਦਾ ਇਮੂਵੇਬਲ ਪ੍ਰਾਪਰਟੀ ਕੈਨ ਬੀ ਅਵਰਟਡ, ਕਿਵੇਂ ਦੂਰ ਕੀਤਾ ਜਾ ਸਕਦਾ ਹੈ? ਬਾਈ whom ਐਂਡ ਅੰਡਰ what provision of law, ਕਿਹਦੇ ਦੁਆਰਾ ਇਹ ਦੂਰ ਕੀਤਾ ਜਾਂਦਾ ਹੈ ਤੇ ਕਿਹੜੇ ਲਾਅ ਦੇ ਤਹਿਤ ਦੂਰ ਕੀਤਾ ਜਾਂਦਾ ਹੈ, ਕਿਵੇਂ ਕੀਤਾ ਜਾਂਦਾ ਹੈ? ਦੱਸੋ ਜੀ, ਕਿਹੜਾ ਸੈਕਸ਼ਨ ਡੀਲ ਕਰੇਗਾ? ਸਰ 145 145 ਸਰ। ਹਾਂ 145 ਸਰ। ਇਹ ਜਿਹੜਾ ਦੇਖੋ, ਇਹ ਰੂਟੀਨ ਦੇ ਵਿੱਚ ਅਸੀਂ ਇਸ ਨੂੰ ਲਾਗੂ ਕਰਦੇ ਹਾਂ। ਅਸੀਂ ਇਹਦੀ ਜਿਹੜਾ ਇਸ ਐਕਟ ਦੇ ਤਹਿਤ ਕੰਮ ਕਰਦੇ ਹਾਂ। ਜਦੋਂ ਵੀ ਕਿਸੇ ਪਾਰਟੀਆਂ ਦਾ ਡਿਸਪਿਊਟ ਕ੍ਰੀਏਟ ਹੋ ਜਾਂਦਾ ਹੈ, ਜ਼ਮੀਨ ਨੂੰ ਲੈ ਕੇ ਝਗੜਾ ਪੈ ਜਾਂਦਾ, ਉਹ ਕਹਿੰਦਾ ਮੇਰਾ ਕਬਜ਼ਾ, ਉਹ ਕਹਿੰਦਾ ਮੇਰਾ ਕਬਜ਼ਾ, ਉਹ ਕਹਿੰਦਾ ਮੈਂ ਮਾਲਕਾਂ, ਉਹ ਕਹਿੰਦਾ ਮੈਂ ਮਾਲਕਾਂ, ਤਦ ਕੀ ਹੁੰਦਾ, ਪੁਲਿਸ ਰਿਪੋਰਟ ਸਾਡੇ ਕੋਲੇ ਆਉਂਦੀ ਹੈ। ਜਿਹੜਾ ਸਬ SDM ਦੇ ਕੋਲੇ ਪੁਲਿਸ ਰਿਪੋਰਟ ਆਉਂਦੀ ਹੈ। ਪੁਲਿਸ ਰਿਪੋਰਟ ਕੈਲੰਡਰ ਬਣਾ ਕੇ ਭੇਜਦੇ ਆ ਵੀ ਇਸ ਜ਼ਮੀਨ ਨੂੰ ਲੈ ਕੇ ਦੋ ਪਾਰਟੀਆਂ ਵਿੱਚ ਡਿਸਪਿਊਟ ਹੈ, ਸਾਨੂੰ ਨਹੀਂ ਪਤਾ ਲੱਗਦਾ ਕਿਹੜੀ ਪਾਰਟੀ ਕਬਜ਼ੇ ਵਿੱਚ, ਉਹ ਕਹਿੰਦੀ ਮੇਰਾ ਕਬਜ਼ਾ, ਉਹ ਕਹਿੰਦੀ ਮੇਰਾ ਕਬਜ਼ਾ ਹੈਗਾ, ਠੀਕ ਹੈ। ਤਾਂ SDM ਕੋਲੇ ਪੁਲਿਸ ਵੱਲੋਂ ਕੈਲੰਡਰ ਪੇਸ਼ ਕੀਤਾ ਜਾਂਦਾ ਹੈ। SDM ਵੱਲੋਂ ਫਿਰ ਪਾਰਟੀਆਂ ਨੂੰ ਬੁਲਾਇਆ ਜਾਂਦਾ, ਸਮਨਿੰਗ ਕਰਕੇ ਤੇ ਸੁਣਿਆ ਜਾਂਦਾ ਪਾਰਟੀਆਂ ਨੂੰ। ਤੇ ਇਨ ਦਾ ਮੀਨ ਟਾਈਮ SDM ਵੱਲੋਂ 146 ਵੀ ਲਗਾ ਦਿੱਤੀ ਜਾਂਦੀ ਹੈ। ਜੇਕਰ ਯੋਗ ਸਮਝੇ SDM ਤਾਂ ਉਹਨਾਂ ਵੱਲੋਂ ਦਫਾ 146 ਵੀ ਲਗਾ ਦਿੱਤੀ ਜਾਂਦੀ। ਦਫਾ 146 ਦੇ ਵਿੱਚ ਕੀ ਹੁੰਦਾ, ਜਿਹੜਾ ਪੋਜੈਸ਼ਨ ਹੁੰਦਾ ਹੈ ਉਹ ਕਿਸੇ ਵੀ ਰੈਵਨਿਊ ਆਫਿਸਰ ਨੂੰ ਜਿਹੜਾ ਹੈਗਾ ਉਹਦੇ ਦੇ ਦਿੱਤਾ ਜਾਂਦਾ। ਰੈਵਨਿਊ ਆਫਿਸਰ ਮੌਕੇ ਤੇ ਜਾ ਕੇ ਆਪਣੇ ਜਿਹੜੀ ਸਾਰਾ ਰੈਵਨਿਊ ਦੀ ਜਿਹੜੀ ਅਥਾਰਟੀਜ਼ ਹੁੰਦੀਆਂ ਨੇ, ਕਾਨੂੰਗੋ ਪਟਵਾਰੀ ਹਲਕਾ, ਮੌਕੇ ਤੇ ਜਾ ਕੇ ਉੱਥੇ ਨੰਬਰਦਾਰ ਦੀ ਹਾਜ਼ਰੀ ਵਿੱਚ, ਪਾਰਟੀਆਂ ਦੀ ਹਾਜ਼ਰੀ ਵਿੱਚ ਉਹ ਜਿਹੜਾ ਕਬਜ਼ਾ ਰੋਜ਼ਨ ਦਾ ਰਫਟ ਦਰਜ ਕਰਕੇ ਉਸ ਜਿਹੜਾ ਲੈਂਡ ਦਾ ਹੈਗਾ ਕਬਜ਼ਾ ਫਾਰ ਦਾ ਟਾਈਮ ਬੀਇੰਗ ਕਬਜ਼ਾ ਹਾਸਲ ਕਰ ਲੈਂਦੀਆਂ ਨੇ। ਜੇ ਕੇਸ ਲੰਮਾ ਚੱਲਦਾ ਰਹਿੰਦਾ ਹੈ ਤਾਂ ਜਿਹੜੀ ਹੈਗੀ ਉਹਦੀ ਫਿਰ ਅੱਗੇ ਫਰਦਰ ਠੇਕੇ ਠੁਕੇ ਤੇ ਵੀ ਦਿੱਤੀ ਜਾਂਦੀ ਹੈ ਜਿਹੜੀ 146 ਦੇ ਤਹਿਤ। ਤੇ ਜਿਹੜੀ 145 ਹੈ ਇਹਦੀ ਜਿਹੜੀ ਕਾਰਵਾਈ ਹੈ ਇਹ SDM ਕੋਲ ਚੱਲਦੀ ਹੈ। ਜਿਹੜੀ ਪਾਰਟੀ ਕੋਈ ਸੈਟੀਸਫਾਈ ਕਰਾਉਂਦੀ ਹੈ ਆਪਣੀਆਂ ਐਵੀਡੈਂਸਸ ਦੇ ਨਾਲ ਤਾਂ ਫਿਰ ਆਰਡਰ ਕਰ ਦਿੱਤਾ ਜਾਂਦਾ SDM ਵੱਲੋਂ ਵੀ ਕਿਹੜੀ ਪਾਰਟੀ ਇਨ ਪੋਜੈਸ਼ਨ ਦੇ ਵਿੱਚ ਹੈਗੀ ਸੀਗੀ ਜਦੋਂ ਇਹ ਡਿਸਪਿਊਟ ਕ੍ਰੀਏਟ ਹੋਇਆ, ਉਸ ਨੂੰ ਕਬਜ਼ਾ ਦੇਣ ਦੇ ਲਈ ਤੇ ਸਾਨੂੰ ਜਿਹੜਾ ਹੈਗਾ ਆਰਡਰ ਕਰ ਦਿੱਤਾ ਜਾਂਦਾ। ਆਪਣੇ ਕੋਲ ਜਦੋਂ ਕਬਜ਼ਾ ਹੁੰਦਾ ਤਾਂ ਅਸੀਂ ਉਹਦੇ ਹੈਂਡ ਓਵਰ ਕਰ ਦਿੰਦੇ ਹਾਂ, ਠੀਕ ਹੈ ਜੀ। ਇਹ ਸ਼ਾਰਟ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੈਗਾ, ਬਾਕੀ ਲੰਮੀ ਚੌੜੀ ਤੁਸੀਂ 145 ਸ਼ਾਇਦ ਲਿਖਿਆ ਹੋਇਆ ਪੜ੍ਹ ਸਕਦੇ ਹੋ। ਕਈ ਵਾਰੀ ਕੁਐਸਚਨ ਦੇਖ ਕੇ ਸਾਡੇ ਬੰਦੇ ਉਲਝ ਜਾਂਦੇ ਨੇ ਵੀ ਇਹ ਕੁਐਸਚਨ ਆਇਆ ਕਿੱਥੋਂ ਹੈ। ਹਾਊ ਬ੍ਰੀਚ ਆਫ ਪੀਸ ਸ਼ਾਂਤੀ ਭੰਗ ਹੋਣਾ, ਠੀਕ ਹੈ ਜੀ, ਰਿਗਾਰਡਿੰਗ ਡਿਸਪਿਊਟ ਟੂ ਇਮੋਰਲ ਪ੍ਰਾਪਰਟੀ ਕੈਨ ਬੀ ਅਵਰਟਡ ਬਾਈ whom ਕਿੱਥੇ ਹੋ SDM ਵੱਲੋਂ ਵਿਦ ਦਾ ਰਿਪੋਰਟ ਆਫ ਦਾ ਪੁਲਿਸ ਐਂਡ ਅੰਡਰ what provision of law 145 ਦੇ ਤਹਿਤ 145-46 ਦੇ ਤਹਿਤ ਅਸੀਂ ਕਾਰਵਾਈ ਕਰਦੇ ਹਾਂ। ਨੈਕਸਟ ਹੈ ਕੁਐਸਚਨ ਨੰਬਰ 6, in which circumstances the adjunct magistrate can secure security from habitual offenders and for how long? ਦੁਬਾਰਾ ਫਿਰ ਪੜਾਂਗਾ ਇੱਕ ਵਾਰੀ ਕੁਐਸਚਨ। in which circumstances ਕਿਹੜੇ ਹਾਲਾਤਾਂ ਦੇ ਵਿੱਚ the adjunct magistrate can secure security from habitual offender ਜਿਹੜੇ ਆਦੀ ਹੋਣ ਦੋਸ਼ੀ offender and for how long? ਸੈਕਸ਼ਨ 1 ਮੈਨੂੰ ਕਿਹੜਾ ਕੌਣ ਬੋਲ ਰਹੇ ਜੀ? ਕੌਣ ਬੋਲ ਰਹੇ ਜੀ? ਏਦਾਂ ਨਾ ਜੀ ਪਲੀਜ਼, ਇੱਕ ਮਿੰਟ। ਡਿਸਟ੍ਰਿਕਟ ਸੰਗਰੂਰ ਤੋਂ ਹੈਗੇ ਜੀ ਕੋਈ? ਹਾਂਜੀ ਸਰ। ਡਿਸਟ੍ਰਿਕਟ ਸੰਗਰੂਰ ਤੋਂ ਕੌਣ ਬੋਲ ਰਹੇ ਨੇ? ਜਾਦਵਿੰਦਰ ਸਿੰਘ ਬੋਲ ਰਿਹਾ ਸਰ। ਯਾਦਵਿੰਦਰ, ਤੁਸੀਂ ਬਹੁਤ ਮਿਹਨਤ ਕਰਦੇ ਹੋ ਯਾਦਵਿੰਦਰ ਜੀ। ਅੰਡਰ ਸੈਕਸ਼ਨ 110 ਸਰ। ਹਾਂ ਠੀਕ ਹੈ, ਨਾਲ CRPC ਲਿਖਣਾ ਹੈ, ਠੀਕ ਹੈ ਸਰ। ਠੀਕ ਹੈ ਜੀ। ਕੀ ਹੈ ਜਰਾ ਦੱਸ ਵੀ ਦਿਓ ਜਵਾਨੀ ਕੀ ਕਹਿੰਦਾ ਸੈਕਸ਼ਨ 110? ਜਿਹੜਾ ਵਾਰ-ਵਾਰ ਜੁਰਮ ਕਰਨ ਦਾ ਆਦੀ ਹੈ ਸਰ, ਐਕਚੁਅਲ ਅਫੈਂਡਰ ਹੈ ਜੀ। ਹੈ ਜੀ, ਉਸ ਤੋਂ ਨੇਕ ਕਰਨ ਨਹੀਂ ਲੈਣ ਲਈ
ਕੀ ਕਿਹਾ ਗਿਆ ਜੀ 110 ਦੇ ਵਿੱਚ ਕੀ ਜਿਹੜਾ ਕਰਨਾ ਹੈ? ਸਰ ਵਾਰ-ਵਾਰ ਜੁਰਮ ਕਰਨ ਦਾ ਆਦੀ ਹੈ ਸਰ, ਹਾਂ ਉਸ ਤੋਂ ਲੈ ਚੱਲਣੀ ਨਹੀਂ ਸਰ, ਸ਼ਾਂਤੀ ਭੰਗ ਹੋਣ ਤੋਂ ਸਿਕਿਉਰਿਟੀ ਦੇਣ ਦੇ ਬੌਂਡ ਭਰਨ ਲਈ ਸਰ। ਉਹ ਤੋਂ ਅਸੀਂ ਮੇਨ ਇਹਦਾ ਇਹ ਹੈਗਾ ਸਿਕਿਉਰਿਟੀ ਗੁੱਡ ਬਿਹੇਵੀਅਰ ਦੀ, ਅਸੀਂ ਸਿਕਿਉਰਿਟੀ ਲੈਂਦੇ ਆ ਉਹ ਤੋਂ ਬੌਂਡ ਭਰਵਾਉਂਦੇ ਆ, ਉਹਦੀ ਜਿਵੇਂ ਆਪਾਂ ਜ਼ਮਾਨਤ ਲੈਂਦੇ ਆ ਨਾ ਜੀ, ਉਹ ਤੋਂ ਗੁੱਡ ਬਿਹੇਵੀਅਰ ਦੀ ਹਾਂਜੀ sir। ਸਿਕਿਉਰਿਟੀ ਲੈਂਦੇ ਆ, ਉਸ ਤੋਂ ਬੌਂਡ ਭਰਵਾ ਕੇ ਲੈਂਦੇ ਆ ਵੀ ਤੂੰ ਬਾਰ-ਬਾਰ ਇਹ ਜਿਹੜਾ ਕੰਮ ਹੈ ਜੁਰਮ ਨਹੀਂ ਕਰੇਗਾ। ਤੁਸੀਂ 145 ਜਿਹੜੇ security for the good behavior from the habitual offenders when an executive magistrate receives information that there is within his local jurisdiction any person habitual robber ਹੋਵੇ, ਕੋਈ ਹਾਊਸ ਬ੍ਰੇਕਰ ਹੋਵੇ, ਕੋਈ ਥੈਫਟ ਕਰਦਾ ਹੋਵੇ, ਕਿਸੇ ਤਰ੍ਹਾਂ ਦਾ ਕੋਈ ਜੁਰਮ ਕਰਦਾ ਹੋਵੇ, ਠੀਕ ਹੈ, ਉਹਨੂੰ ਬੁਲਾ ਕੇ ਉਸ ਤੋਂ ਜਿਹੜੀ ਹੈਗੀ ਹੈ ਸਿਕਿਉਰਿਟੀ ਲਈ ਜਾ ਸਕਦੀ ਹੈ। ਇਹਦਾ ਮਤਲਬ ਇਹ ਹੈਗਾ ਸੈਕਸ਼ਨ ਦਾ। ਕੋਈ ਵੀ ਮੈਜਿਸਟਰੇਟ ਜਿਵੇਂ ਕਿ ਐਸਡੀਐਮ, ਠੀਕ ਹੈ, ਐਗਜ਼ੈਕਟਿਵ ਮੈਜਿਸਟਰੇਟ ਕਿਆ ਹੈਗਾ ਇੱਥੇ, ਤਹਿਸੀਲਦਾਰ, ਤਹਿਸੀਲਦਾਰ ਨਹੀਂ ਤਾਂ ਕਦੇ ਰੂਟੀਨ ਦੇ ਵਿੱਚ ਇੱਦਾਂ ਦਾ ਨਹੀਂ ਲਿਆ ਹੈਗਾ। ਜਿਹੜੀਆਂ ਇਹ ਪਾਵਰਸ ਐਸਡੀਐਮ ਜਿਹੜੇ ਹੈਗੇ ਆ ਕਰਦੇ ਹੈਗੇ ਆ, ਯੂਜ਼ ਕਰਦੇ ਨੇ ਕਿਸੇ ਵੀ ਅਫੈਂਡਰ ਤੋਂ ਜਿਹੜਾ ਕਿ ਰੂਟੀਨ ਦੇ ਵਿੱਚ ਕੋਈ ਅਫੈਂਸ ਕਰਦਾ, ਕਮਿਟ ਕਰਦਾ ਹੈਗਾ, ਉਹਨਾਂ ਨੂੰ ਪਤਾ ਇਸ ਗੱਲ ਦੀ, ਕਿਸੇ ਤਰੀਕੇ ਨਾਲ ਉਹਨਾਂ ਕੋਲ ਰਿਪੋਰਟ ਆ ਜਾਂਦੀ ਹੈ, ਠੀਕ ਹੈ, ਤਾਂ ਉਸ ਤੋਂ ਜਿਹੜੀ ਹੈਗੀ ਆ ਪੁਲਿਸ ਵਾਲੇ ਬੁਲਾ ਕੇ ਉਸ ਤੋਂ ਐਸਡੀਐਮ ਦੇ ਸਾਹਮਣੇ ਜਿਹੜੀ ਹੈਗੀ ਆ ਬੌਂਡ ਭਰਵਾਇਆ ਜਾ ਸਕਦਾ ਹੈ। ਇੱਕ ਸਰ ਇਹਨਾਂ ਨੇ ਕੁਐਸਚਨ ਸੀ ਕਿ ਸਮੇਂ ਵਾਸਤੇ ਪੁੱਛਿਆ ਵੀ ਕਿੰਨੇ ਸਮੇਂ ਲਈ ਸਰ, ਹਾਂਜੀ ਅੱਗੇ ਕੁਐਸਚਨ ਦੇ ਵਿੱਚ ਸਰ in which circumstances executive magistrate can secure security from habitual offenders and for how long? Maximum 3 ਸਾਲ ਹੁੰਦੇ ਆ ਜਿਹਦੇ ਵਿੱਚ। ਹਾਂਜੀ ਸਰ, not exceeding 3 years ਹਾਂ as on 3 year, maximum 3 year ਹੁੰਦੇ ਆ, ਠੀਕ ਹੈ ਜੀ। ਠੀਕ ਹੈ ਰਾਈਟ ਸਰ। Such magistrate with sureties for his good behavior but for such a period not exceeding 3 years as the magistrate thinks fit। ਸਾਲ ਦੀ ਲਈ ਜਾ ਸਕਦੇ, 2 ਸਾਲ ਦੀ ਲਈ ਜਾ ਸਕਦੇ, ਪਰ 3 ਸਾਲ ਤੋਂ ਵੱਧ ਨਹੀਂ ਲਈ ਜਾ ਸਕਦੀ, ਠੀਕ ਹੈ, 3 ਸਾਲ ਤੋਂ ਵੱਧ ਨਹੀਂ ਲਈ ਜਾ ਸਕਦੀ ਸਿਕਿਉਰਿਟੀ। ਨੈਕਸਟ ਚੱਲਦੇ ਹਾਂ ਜੀ। ਇਹ ਜਿਹੜਾ ਸੈਕਸ਼ਨ ਹੈ 110 ਹੈ, ਇਹ ਵੀ ਰੂਟੀਨ 'ਚ ਯੂਜ਼ ਹੁੰਦਾ ਰਹਿੰਦਾ ਹੈ ਐਸਡੀਐਮ ਕੋਰਟ ਦੇ ਵਿੱਚ। ਇਹ ਜਿਹੜੇ ਸੈਕਸ਼ਨ ਕੁਐਸਚਨ ਨੰਬਰ 5 ਤੇ 6 ਹੈਗੇ ਆ, ਇਹ ਰੈਲੀਵੈਂਟ ਹੈਗੇ ਆਪਣੇ ਡਿਪਾਰਟਮੈਂਟ ਦੇ ਨਾਲ, ਠੀਕ ਹੈ ਜੀ। ਨੈਕਸਟ ਆ ਗਿਆ ਪਾਰਟ ਨੰਬਰ 2। ਪਾਰਟ ਨੰਬਰ 2 ਮਤਲਬ ਆਈਪੀਸੀ, who fall in the description of public servant, who fall in the description of public servant। ਮੈਂ ਜਿਹੜੇ ਡਿਸਟ੍ਰਿਕਟ ਤੋਂ ਪੁੱਛਾਂਗਾ ਜੀ ਉਹ ਜਵਾਬ ਦੇਣਗੇ, ਠੀਕ ਹੈ ਜੀ। who fall in the description of public servant explain in detail with relevant provisions of law। ਮੈਨੂੰ ਦੱਸਣਗੇ ਜੀ ਡਿਸਟ੍ਰਿਕਟ ਬਠਿੰਡੇ ਵਾਲੇ ਇਹ ਕੁਐਸਚਨ ਕਿਹੜੇ ਸੈਕਸ਼ਨ? ਆਈਪੀਸੀ ਸੈਕਸ਼ਨ IPC 21 ਹੈ ਜੀ, 21। ਆਈਪੀਸੀ ਸੈਕਸ਼ਨ 21। ਵੈਰੀ ਗੁੱਡ, ਵੈਰੀ ਗੁੱਡ। ਡਿਸਟ੍ਰਿਕਟ ਬਠਿੰਡੇ ਤੋਂ ਬੋਲ ਰਹੇ ਹੈ? ਹਾਂਜੀ, ਕੀ ਨਾਮ ਸੀਗਾ? ਜਗਪਾਲ ਸਿੰਘ ਜੀ। ਜਗਪਾਲ ਸਿੰਘ, ਠੀਕ ਹੈ ਜੀ, ਨੋਟ ਕਰ ਲਓ ਸਾਰੇ, ਬਿਲਕੁਲ ਠੀਕ ਹੈ। ਆਈਪੀਸੀ ਸੈਕਸ਼ਨ 21 ਜਿਹੜਾ ਇਹਦਾ ਮੀਨਿੰਗ ਦੱਸੋ ਕੀ ਕਹਿੰਦੇ ਆ ਜੀ ਇਹ? who fall in description of public servant explain detail with relevant provisions of law। ਕੀ ਕਿਹਾ ਗਿਆ ਜੀ ਇਹਦੇ ਵਿੱਚ? ਹਾਂਜੀ ਜਗਪਾਲ ਜੀ ਜਰਾ ਦੱਸੋ ਇਹ ਸੈਕਸ਼ਨ ਦਾ ਮਤਲਬ ਕੀ ਹੈ? ਨੈਕਸਟ ਦੱਸਣਗੇ ਮੋਹਾਲੀ ਡਿਸਟ੍ਰਿਕਟ ਵਾਲੇ ਜੀ ਇਸ ਸੈਕਸ਼ਨ 'ਚ ਕੀ ਕਿਹਾ ਗਿਆ ਹੈ। ਸੈਕਸ਼ਨ 21 'ਚ ਕੀ ਕਿਹਾ ਗਿਆ? who fall in the description of public servant। who fall ਦੇਖੋ ਸਿੰਪਲ ਜੀ ਗੱਲ ਹੈ ਵੀ ਕਿਹੜੇ ਕਿਹੜੇ ਆਫੀਸਰ ਨੇ ਜਿਹੜੇ ਪਬਲਿਕ ਸਰਵੈਂਟ ਦੀ ਪਰਿਭਾਸ਼ਾ ਵਿੱਚ ਆਉਂਦੇ ਆ, ਕਿਹੜੇ ਕਿਹੜੇ ਆਫੀਸਰ ਨੇ, ਕੌਣ ਕੌਣ ਵਿਅਕਤੀ ਨੇ, ਇਕੱਲੇ ਆਫੀਸਰ ਦੀ ਗੱਲ ਨਹੀਂ ਕਰ ਸਕਦੇ ਆਪਾਂ, ਕਿਹੜੇ ਕਿਹੜੇ ਵਿਅਕਤੀ ਹੈ ਜਿਹੜੇ ਸਰ ਇਹ ਕਿਹਾ ਵੀ ਕਿਹੜੇ ਕਿਹੜੇ ਪਬਲਿਕ ਸਰਵੈਂਟ ਹੁੰਦੇ ਆ, ਜਿਵੇਂ ਹਰੇਕ ਹਾਂ। ਫੌਜ ਦਾ ਕਮਿਸ਼ਨ ਦਾ ਅਫਸਰ, ਹਰੇਕ ਹਾਂ। ਜੱਜ ਅਦਾਲਤ ਦਾ ਹਰੇਕ ਅਫਸਰ, ਹਾਂ ਤੁਹਾਨੂੰ ਜਵਾਨੀ ਪਤਾ ਹੋਵੇ ਤਾਂ ਤੁਸੀਂ ਕੁਐਸਚਨ ਨੂੰ ਭੁੱਲੋਗੇ ਨਹੀਂ। ਅਦਾਲਤ ਦਾ ਜ਼ਰੂਰੀ ਮੈਂਬਰ, ਫਾਲਸ ਜਿਸ ਨੂੰ ਅਦਾਲਤ ਨੇ ਕਿਸੇ ਖਾਸ ਫੈਸਲੇ ਲਈ ਨਿਯੁਕਤ ਕੀਤਾ ਹੋਵੇ, ਹਾਂ ਇਹ ਪਬਲਿਕ ਸਰਵੈਂਟ ਆ ਜਾਂਦੇ ਨੇ ਜੀ ਸਾਰੇ। ਜੇਲ੍ਹ ਦਾ ਇੰਚਾਰਜ, ਆਰਬਿਟਰੇਟਰ,
ठीक है जी। कमीशन ऑफिसर, यूरीमैन, असैसर, मैंबर ऑफ द पंचायत, ये सारे पब्लिक सर्वेंट की परिभाषा च आए ने। ठीक है जी। तो इत्थों तुसीं कितने नंबर का क्वेश्चन है? 10 नंबर का क्वेश्चन है। कितना करोगे? ये तो बहुत टाइम ले जाएगा। सेक्शन की जे तुसीं पूरा दा पूरा करोगे। ਆਪਦੇ ਕੋਲ ਹੀ ਕਰਨਾ ਬੋਲੀ ਬਣਾ ਕੇ। हाँ, इनू थोड़ा शॉर्ट करके लिखना पएगा जी। ਹਾਂਜੀ ठीक है, ਜਿਹੜੇ ਵੱਡੇ ਵੱਡੇ ਪੈਰੇ ਨੇ ਉਹਦੀਆਂ ਦੋ ਦੋ ਲਾਈਨਾਂ ਉੱਪਰਲੀਆਂ ਲਿਖ ਲਿਓ ਬਸ, ਜ਼ਿਆਦਾ ਲੰਮਾ ਚੌੜਾ ਨਾ ਲਿਖੋ, ਫਿਰ ਤੁਹਾਡੇ ਤੋਂ ਕੁਐਸਚਨ ਪੂਰਾ ਨਹੀਂ ਹੋਣਾ। ਨਹੀਂ ਤਾਂ ਤੁਹਾਡਾ ਇਹ ਦੋ ਕੁਐਸਚਨਾਂ ਦਾ ਟਾਈਮ ਲੱਗ ਜਾਏਗਾ, ਇਕੱਲਾ ਕੁਐਸਚਨ ਦੇ ਜਾਏਗਾ। ਠੀਕ ਹੈ, ਇਸ ਤਰੀਕੇ ਡੀਲ ਕਰਨਾ ਹੈਗਾ। ਨੈਕਸਟ ਹੈ ਕੁਐਸਚਨ ਨੰਬਰ 2, ਡਿਫਾਈਨ ਦਾ ਫੋਲੋਇੰਗ। ਇਹ ਆ ਗਿਆ ਜੀ ਤੁਹਾਡਾ, ਫਿਰ ਡੈਫੀਨੇਸ਼ਨ ਆ ਗਈਆਂ ਆਈਪੀਸੀ ਦੀਆਂ। ਇਹ ਸੈਕਸ਼ਨ 28 ਹੈ ਜੀ। डिस्ट्रिक्ट मोहाली वाले दसेंगे जी। डिस्ट्रिक्ट मोहाली वाले दसेंगे जी। डिफाइन द फॉलोइंग: काउंटरफीट, डिसऑनेस्टली, डॉक्यूमेंट, वैल्यूएबल सिक्योरिटी, जज। डिस्ट्रिक्ट मोहाली वाले बैठे कौन ने जी? सर सेक्शन 28 सर। हाँ, कौन बोल रहे सीगे? सर वैष्णो दास। वैष्णो दास जी, डिस्ट्रिक्ट मोहाली च है ना? हाँ जी सर। ठीक है। ਤੇ ਦੈਨ ਦੱਸੋ ਜੀ, ਡਿਸਟ੍ਰਿਕਟ ਗੁਰਦਾਸਪੁਰ ਵਾਲੇ ਡਿਸਓਨੈਸਟਲੀ ਕਿੱਥੋਂ ਡੀਲ ਕਰਾਂਗੇ? ਡਿਸਓਨੈਸਟਲੀ ਕਿਹੜਾ ਸੈਕਸ਼ਨ ਹੈ ਜੀ? ਗੁਰਦਾਸਪੁਰ ਤੋਂ ਕੌਣ ਕੌਣ ਨੇ ਅੱਜ ਆਨਲਾਈਨ? गुरदासपुर तो कौन कौन बैठे जी ऑनलाइन? ਕੁਲਵੰਤ ਜੀ ਬੈਠੇ ਜੀ। है जी, ਕੁਲਵੰਤ ਜੀ ਬੈਠੇ ਜੀ। कुलवंत जी। ओके, चलो अगे पठानकोट वाले दसेंगे जी। ये केड़ा सेक्शन च है? बी ते सी। सर डिसऑनेस्टी ये सर हैगा जी सेक्शन 24 ऑफ आईपीसी। ठीक है। डॉक्यूमेंट एंड डॉक्यूमेंट सर हैगा सेक्शन 29 कौन बोल रहे सीगे? ऑफ आईपीसी। सर जितेंद्र, डिस्ट्रिक्ट थानपुर। जतिंदर पठानकोट तो। ठीक है, ठीक है, बिल्कुल ठीक है, बिल्कुल ठीक है। नेक्स्ट जलंधर डिस्ट्रिक्ट का दसेंगे जी। ये वैल्यूएबल सिक्योरिटी कित्थे है? ਸਰ 30 ਹੈ ਜੀ। 30, बिल्कुल ठीक है। प्रधान जी जलंधर तो कौन बोल रहे हैं? प्रधान जी कौन बोल रहे हैं? ਸਰ ਅਵਤਾਰ ਸਿੰਘ ਬੋਲ ਰਿਹਾ ਕਾਨੂੰਗੋ ਜੀ। अवतार सिंह जी, ठीक है, बिल्कुल ठीक है। नेक्स्ट आ गया ई पार्ट, जज। रोपड़ डिस्ट्रिक्ट तो बैठे ने कौन? चलो हुशियारपुर रती जी दसो। ई पार्ट, हाँ जी सर। जज 19 सेक्शन आईपीसी। सेक्शन 19, ठीक है। ये देखो ये बहुत सौखा क्वेश्चन हैगा जी सारा। 2 नंबर पूरे पूरे नंबर आने की संभावना होंदी है। ठीक है, इसनूं बड़े तरीके नाल कर लेना हैगा, पर ज़्यादा समा भी वेस्ट नहीं करना, भी इन्ना ना होवे भी तुसीं ज़्यादा इहदे टाइम कंज्यूम कर दो। 2 नंबर के क्वेश्चन दी ज़्यादा लंबा चौड़ा लिखने की लोड़ नहीं होंदी। ठीक है जी। नेक्स्ट ਅਸੀਂ ਚੱਲਦੇ ਹਾਂ क्वेश्चन नंबर 3। How the religion of any class of person is insulted। ਕਿਸੇ ਵੀ ਧਰਮ ਦੀ ਜਿਹੜੀ ਕਲਾਸ ਕੋਈ ਹੈਗੀ ਹੈ ਉਹਦੀ ਇਨਸਲਟ ਕਿਵੇਂ ਕੀਤੀ ਜਾਂਦੀ ਹੈ? ਕੌਣ ਕਰਦਾ, ਕਿਵੇਂ ਕੀਤੀ ਜਾਂਦੀ ਹੈ? ਟੂ
295 नोट कर लो जी, ठीक है बिल्कुल। सेक्शन 295 ऑफेंसेस रिलेटिंग टू द रिलीजन, ठीक है जी। ये ਜਿਹੜਾ ਚੈਪਟਰ ਹੈ ਸਾਰਾ ਤੁਹਾਡਾ ਇਹ ਹੈਗਾ ऑफेंसेस रिलेटिंग टू द रिलीजन। सर क्वेश्चन बोलिए दोबारा। How the religion of any class of person is insulted। ਇਹ ਪੰਜਾਬੀ ਦੇ ਕੁਐਸਚਨ ਪੇਪਰ 'ਚ ਵੀ ਹੈਗਾ, ਕਿਸ ਸ਼੍ਰੇਣੀ ਦੇ ਧਰਮ ਦਾ ਅਪਮਾਨ ਕਿਵੇਂ ਕੀਤਾ ਜਾਂਦਾ ਹੈ। ਇਹ 'ਚ injuring or defiling place of worship with intent to insult the religion of any class, ਬਿਲਕੁਲ ਠੀਕ ਹੈ। 295 ਵੀ ਕਵਰ ਕਰੇਗਾ ਸਾਰਾ ਵੀ ਕਿ ਕਿਸੇ ਧਰਮ ਨੂੰ ਕਿਸੇ ਇਨਸਲਟ ਕਰਨ ਦੀ ਖਾਤਰ ਕੀ ਕਰ ਜਾਂਦਾ। ਕਿਤੇ ਕੋਈ ਪੂਛ ਸਿੱਟ ਦਿੱਤੀ, ਕਿਤੇ ਗਊ ਦੀ ਪੂਛ ਸਿੱਟ ਦਿੱਤੀ, ਕਿਤੇ ਕਸੂਰ ਦਾ, ਕਿਤੇ ਇਦਾਂ ਦੇ ਜਿਹੜੇ ਹੈਗੇ ਨੇ ਕਿਸੇ ਰਿਲੀਜੀਅਸ ਪਲੇਸ ਦੇ ਉੱਪਰ ਜਾ ਕੇ ਕੋਈ ਆਪਾਂ ਮਿਸਚੀਵੀਅਸ ਐਕਟ ਕੋਈ ਕਮਿਟ ਕਰਦਾ ਹੈਗਾ, ਠੀਕ ਹੈ ਜੀ, ਉਹਦੇ ਨਾਲ ਉਸ ਧਰਮ ਦੇ ਜਿਹੜਾ ਹੈਗਾ ਇਨਸਲਟ ਕਰਨ ਦੀ ਖਾਤਰ। ਇੰਜਰਿੰਗ ਡਿਫਾਈਲਿੰਗ ਪਲੇਸ ਆਫ ਵਰਸ਼ਿਪ, ਕਿਸੇ ਧਰਮ ਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ, ਇਨਸਲਟ ਕਰਨ ਦੀ ਖਾਤਰ ਉਹਦਾ ਜਿਹੜਾ ਧਾਰਮਿਕ ਸਥਾਨ ਕੋਈ ਹੈਗਾ ਉੱਥੇ ਕੋਈ ਕਮਿਟ ਕਰਨਾ, ਆਫੈਂਸ ਕਮਿਟ ਕਰਨਾ, ਇਨਸਲਟ ਦ ਰਿਲੀਜਨ ਆਫ ਐਨੀ ਕਲਾਸ, ਠੀਕ ਹੈ ਜੀ, ਇਹੀ ਲਿਖ ਲਵਾਂਗਾ, ਠੀਕ ਹੈ। 295 देन अगर क्वेश्चन नेक्स्ट, व्हाट इज अनलॉफुल असेंबली, बहुत इंपॉर्टेंट है जी, पेपर च आएगा पक्का ਤੁਹਾਨੂੰ। 141 अनलॉफुल असेंबली, ठीक है जी। 5 नंबर का क्वेश्चन है जी, रूटीन जो ਤੁਸੀਂ ऑफिसर बनना है ਤਾਂ ਤੁਹਾਨੂੰ रूटीन ਦੇ ਵਿੱਚ ਇਸ ਨੂੰ ਡੀਲ ਕਰਨਾ ਪੈਣਾ है। ਸਫੀਸ਼ੀਐਂਟ ਇੰਨਾ ਲਿਖਣਾ ਜੀ 5 ਨੰਬਰ ਦੇ ਲਈ, ਜਿੰਨਾ 141 ਚ ਲਿਖਿਆ ਹੋਇਆ ਇਹ ਪੂਰਾ ਤੁਸੀਂ ਲਿਖ ਦਿਓਗੇ, ਠੀਕ ਰਹੇਗਾ। नेक्स्ट आ गया जी डिस्ट्रिक्ट संगरूर तो बैठे हैं जी कोई? हाँ जी सर। जाविंदर हाँ जी सर। हु इज अ वेटर, दसो केड़ी सेक्शन च आएगा जी? अंडर सेक्शन 108 सर। वेरी गुड, ठीक है जी, पता लगता है मेहनत की हुई है ना। सेक्शन 108 अबेटर, अ पर्सन अबेट्स एन ऑफेंस who abets either the commission of an offense or the commission of an act which would be an offense if committed by a person capable of by law committing an offense with the same intention or knowledge as the abetter। नेक्स्ट आ गया मिसप्रिंटिंग है क्वेश्चन पेपर, A abets B to set fire to a dwelling house। A instigates है ना, मिसप्रिंटिंग है थोड़ी। A instigate B to set fire to a dwelling house, ठीक है, in consequence of the unsoundness of mind, being incapable of knowing the nature of the act or that he is doing what is wrong or contrary to law, sets fire to the house in consequence of A's instigation। देखो बहुत बढ़िया क्वेश्चन बनाया हुआ है, ठीक है। A instigates B to set fire to a dwelling house, A instigate करता है B ਨੂੰ
ਵੀ ਇਹ ਜਿਹੜਾ ਰਹਿਸ਼ੀ ਘਰ ਹੈਗਾ ਇਸ ਨੂੰ ਅੱਗ ਲਗਾ ਦੇ। ਜਿਹੜਾ ਬੀ ਹੈਗਾ, ਬੀ ਇਨ ਕੰਸੀਕੁਐਂਸ ਆਫ ਅਨਸਾਊਂਡਨੈਸ ਆਫ ਮਾਈਂਡ, ਜਿਹੜਾ ਬੀ ਹੈਗਾ ਉਹਦਾ ਦਿਮਾਗੀ ਤੌਰ ਤੇ ਸੰਤੁਲਨ ਸਹੀ ਨਹੀਂ ਹੈਗਾ। in consequence of the unsoundness of mind, being incapable of knowing the nature of the act, ਉਹਨੂੰ ਕੋਈ ਜਾਣਕਾਰੀ ਨਹੀਂ ਵੀ ਇਹ ਜਿਹੜਾ ਐਕਟ ਹੈ ਕਿਦਾਂ ਦਾ ਹੈਗਾ, ਕੀ ਹੋਏਗਾ ਜੇ ਮੈਂ ਇਦਾਂ ਕਰ ਦੇਵਾਂ ਤਾਂ, ਠੀਕ ਹੈ। ਔਰ that he is doing what is wrong or contrary to law, ਉਹਨੂੰ ਇਹ ਵੀ ਕੋਈ ਜਾਣਕਾਰੀ ਨਹੀਂ ਵੀ ਇਹ ਕਾਨੂੰਨੀ ਤੌਰ ਤੇ ਗਲਤ ਹੈ ਜਾਂ ਠੀਕ ਹੈਗਾ। sets fire to the house in consequence of A's instigation. What offence has been committed by B and A? B ਤੇ A ਨੇ ਕੀ offence commit ਕੀਤੇ ਨੇ? A ਨੇ instigate ਕੀਤਾ B ਨੂੰ, ਠੀਕ ਹੈ ਜੀ, ਅੱਗ ਲਗਾਉਣ ਦੀ ਖਾਤਰ। ਜਿਹੜਾ B ਹੈ ਉਹ unsoundness mind ਹੈ। ਦੱਸੋ ਜੀ, ਡਿਸਟ੍ਰਿਕਟ ਜਲੰਧਰ ਤੋਂ ਦੱਸਣਗੇ ਜੀ ਅਵਤਾਰ ਜੀ, ਕਿਹੜੇ ਸੈਕਸ਼ਨ 'ਚ ਅਸੀਂ ਡੀਲ ਕਰਾਂਗੇ? ਦੱਸੋ ਅਵਤਾਰ ਜੀ। ਦੈਨ ਪਠਾਨਕੋਟ ਤੋਂ ਚੈਪਟਰ ਦਾ ਇਹ 5 ਹੀ ਹੈ ਸਰ, ਪਰ ਇਹਦੇ ਵਿੱਚ ਸਭ ਤੋਂ ਪਹਿਲਾਂ ਮਿਲ ਰਿਹਾ ਹੈ ਜੀ। ਚੈਪਟਰ ਦਾ ਸਰ 5 ਹੀ ਹੈ, ਪਰ ਇਹਦੇ ਵਿੱਚ ਦਿਖਣਾ ਦੂਸਰਾ ਮਿਲ ਨਹੀਂ ਰਿਹਾ। ਹਾਂ ਨਹੀਂ ਕੋਈ ਨਹੀਂ, ਅੱਗੇ ਚੱਲਦੇ ਹਾਂ। ਡਿਸਟ੍ਰਿਕਟ ਡਿਸਟ੍ਰਿਕਟ ਬਠਿੰਡੇ ਤੋਂ ਜਗਪਾਲ ਸਿੰਘ, ਤਾਂ ਹੀ ਤਾਂ ਆਪਾਂ ਡਿਸਕਸ ਕਰ ਰਹੇ ਹਾਂ ਵੀ ਤੁਹਾਨੂੰ ਪੇਪਰ 'ਚ ਪ੍ਰੋਬਲਮ ਨਾ ਆਵੇ। ਡਿਸਟ੍ਰਿਕਟ ਬਠਿੰਡੇ ਤੋਂ ਜਗਪਾਲ ਸਿੰਘ। ਹਾਂਜੀ ਚਲੋ ਵੈਸ਼ਨੋ ਦਾਸ ਜੀ ਦੱਸੋ ਮੋਹਾਲੀ ਤੋਂ। ਇੱਥੇ ਜਾਊਗਾ ਪਰ ਹੁਣੇ ਅੱਗੇ ਚਲੋ ਕੁਲਵੰਤ ਸਿੰਘ ਗੁਰਦਾਸਪੁਰ ਤੋਂ। ਪਠਾਨਕੋਟ ਤੋਂ ਜਤਿੰਦਰ ਜੀ। ਦੇਖੋ ਤੁਹਾਡੇ ਕੋਲੇ ਪੂਰੀ ਦੀ ਪੂਰੀ ਇਹ ਇਲਿਸਟ੍ਰੇਸ਼ਨ ਤੁਹਾਡੇ ਚੈਪਟਰ 5 ਦੇ ਵਿੱਚ ਪਈ ਹੈਗੀ ਹੈ ਸੀ। ਇਲਿਸਟ੍ਰੇਸ਼ਨ ਸੀ ਚੈੱਕ ਕਰੋ ਜੀ। 108 ਸੈਕਸ਼ਨ ਦੀ ਸਰ ਇਲਿਸਟ੍ਰੇਸ਼ਨ ਸੀ ਹੈ ਜੀ, ਹਾਂ ਐਕਸਪਲੇਨੇਸ਼ਨ 3 ਦੀ। ਹਾਂ 108 ਦੀ ਇਲਿਸਟ੍ਰੇਸ਼ਨ ਸੀ ਬਿਲਕੁਲ ਪੈਟ ਕੁਐਸਚਨ ਹੈਗਾ। ਸੇਮ A instigates B to set fire to a dwelling house, B in consequences of the unsoundness of his mind, being incapable of knowing the nature of the act or that he is doing what is wrong or contrary to law, sets fire to the house in consequence of A's instigation. B has committed no offence. देखो B has committed no offence क्योंकि he is unsoundness of mind। ਇੱਥੇ ਹੈਗਾ B has committed no offence but A is guilty of abetting the offence of setting fire to a dwelling house and is liable to the punishment provided for that offence। ਉਹਨੇ ਅਬੈਟਮੈਂਟ ਕੀਤੀ ਹੈ, ਉਹ ਅਬੈਟਮੈਂਟ ਦੇ ਲਈ ਜਿਹੜਾ ਹੈਗਾ ਪਨਿਸ਼ੇਬਲ ਹੈਗਾ, ਠੀਕ ਹੈ ਜੀ। ਪਰ ਜਿਹੜਾ B ਹੈਗਾ ਉਹ ਅਨਸਾਊਂਡਨੈਸ ਆਫ ਮਾਈਂਡ ਹੈ, ਇਸ ਕਰਕੇ ਉਹਦੇ ਤੇ ਕੋਈ ਦੋਸ਼ ਨਹੀਂ ਲੱਗਦਾ, ਉਹਨੂੰ ਕੁਝ ਨਹੀਂ ਸੀ ਪਤਾ ਮੈਂ ਕੀ ਕਰ ਰਿਹਾ, ਠੀਕ ਹੈ ਜੀ। ਇਹ ਤੁਹਾਡਾ ਆਨਸਰ ਬਣ ਗਿਆ। ਸਰ ਉਹ ਕੁਐਸਚਨ ਕੀ ਹੈ ਉਹ ਦੱਸੋ ਜੀ। ਉਹਨੇ ਪਨਿਸ਼ਮੈਂਟ ਪੁੱਛੀ ਹੈ, ਕੀ ਪੁੱਛਿਆ ਜੀ? ਉਹਨੇ ਪਨਿਸ਼ਮੈਂਟ ਪੁੱਛੀ ਹੈ ਵੀ A ਨੂੰ ਕੀ ਪਨਿਸ਼ਮੈਂਟ ਹੋਣੀ ਹੈ ਤੇ B ਨੂੰ ਕੀ ਹੋਣੀ ਹੈ। ਵਾਟ ਆਫੈਂਸ ਇਹ ਆ ਗਈ ਇਹਦੀ ਇਲਸਟ੍ਰੇਸ਼ਨ ਹੈ, ਇਹਦੀ ਵਿਆਖਿਆ ਆ ਗਈ ਕਿ ਅਵੈਟਰ ਨੇ ਕੀ ਇਹਦਾ ਅਵੈਟਰ ਮੰਨਿਆ ਜਾਊਗਾ। ਹੁਣ ਇਹ ਅਵੈਟਰ ਮੰਨਿਆ ਗਿਆ, ਇਹਦੀ ਪਨਿਸ਼ਮੈਂਟ ਕੀ ਹੋਊਗੀ ਉਹਦਾ ਸੈਕਸ਼ਨ ਕਿਹੜਾ? ਸੁਣੋ ਵਾਟ ਆਫੈਂਸ ਹੈਜ਼ ਬੀਨ ਕਮਿਟਡ। ਸਾਡੇ ਤੋਂ ਇਹ ਪੁੱਛਿਆ ਉਹਨੇ ਵੀ ਕੀ ਆਫੈਂਸ ਕਮਿਟ ਕੀਤਾ ਉਹਨਾਂ ਨੇ। What offence has been committed by B and A? B ਨੇ ਕੋਈ offence commit ਨਹੀਂ ਕੀਤਾ। ਇਹਨੇ ਕੋਈ offence ਨਹੀਂ ਕੀਤਾ, ਇਹਨੇ 108 ਨੰਬਰ ਇਹਨੇ ਸੈਕਸ਼ਨ 108 ਦੇ ਤਹਿਤ ਅਬੈਟਮੈਂਟ ਕੀਤੀ ਹੈ ਤੇ ਉਹ ਇਸੇ ਐਕਟ ਦੇ ਤਹਿਤ ਜਿਹੜਾ ਹੈਗਾ ਉਹ ਪਨਿਸ਼ੇਬਲ ਹੋਏਗਾ। ਬਿਲਕੁਲ ਠੀਕ ਹੈ ਜੀ। ਸਰ ਇਹਦਾ ਆਨਸਰ ਕੀ ਲਿਖਾਂਗੇ? ਕੁਐਸਚਨ ਤੇ ਇਹ ਆ ਗਿਆ ਪੂਰਾ। ਸਾਡੇ ਤੋਂ ਆਨਸਰ ਇਹ ਪੁੱਛਿਆ ਗਿਆ ਹੈ ਵੀ B ਨੇ ਕੀ offence commit ਕੀਤਾ ਹੈ ਤੇ ਉਸਨੇ A ਨੇ ਕੀ offence commit ਕੀਤਾ ਹੈ। ਇਹ ਸਾਡਾ ਆਨਸਰ ਹੈ। ਅਸੀਂ ਆਨਸਰ ਲਿਖਾਂਗੇ ਇੱਥੇ B has committed no offence but A has committed an offence of abetment। ਉਹਨੇ abetment ਕੀਤੀ ਹੈ, ਠੀਕ ਹੈ। He is a abetter,
ਉਹਦੇ ਜਿਹੜਾ A ਹੈਗਾ ਉਹ ਅਬੈਟਰ ਹੈਗਾ ਇਸ ਕੇਸ ਦੇ ਵਿੱਚ। ਲਾਸਟ ਦੋ ਲਾਈਨਾਂ ਹੋ ਗਈਆਂ। ਹਾਂ B has committed no offense, but A is guilty of abetting the offense of setting fire to dwelling house and is liable to punishment provided for that offense. ਜੇ ਤਾਂ ਯਾਰ punishment ਪੁੱਛ ਲਈ ਜਾਵੇ ਫੇਰ ਕਿਹੜਾ ਦੇਵਾਂਗੇ? ਫਿਰ 108 ਦੇ ਤਹਿਤ ਜਿਹੜੀ ਪਨਿਸ਼ਮੈਂਟ ਕਿੰਨੀ ਹੁੰਦੀ ਹੈ IPC ਚ? Punishment of abatement. देखो ਜਿਹੜਾ 107 ਹੈ punishment of abetment if the act ਅਬੈਟਰ ਦੀ ਪਰਿਭਾਸ਼ਾ ਦਿੱਤੀ ਹੈ 108 ਦੇ ਵਿੱਚ, ਠੀਕ ਹੈ। ਅਬੈਟਮੈਂਟ ਕੀ ਹੁੰਦੀ ਹੈ ਇਹ 107 ਦੱਸਿਆ ਗਿਆ। ਅਬੈਟਰ ਦੀ ਡੈਫੀਨੇਸ਼ਨ ਦਿੱਤੀ 108 ਦੇ ਵਿੱਚ। 108A ਲਿਖਿਆ ਹੋਇਆ ਅਬੈਟਮੈਂਟ ਇਨ ਇੰਡੀਆ offenses outside ਇੰਡੀਆ ਨੋ ਚਾਹੇ punishment of abatement। classification of offense ਵਿੱਚ ਵੀ ਸਰ ਉਹਨਾਂ ਨੇ ਲਿਖਿਆ punishment same as for the offense abetted according ਇਹਦੇ ਵਿੱਚ ਕੀ ਹੈ ਦੇਖੋ ਜਨਰਲ ਲਾਅ ਕੀ ਹੈ। ਜਨਰਲ ਲਾਅ ਇਹ ਹੈਗਾ, ਜਨਰਲ ਲਾਅ ਕੀ ਹੈ ਜਿਹੜਾ offense commit ਹੋਇਆ ਜਿੰਨੀ ਉਹਦੀ ਸਜ਼ਾ ਹੁੰਦੀ ਹੈ ਉਨੀ ਹੀ ਅਬੈਟਮੈਂਟ ਸਜ਼ਾ ਹੁੰਦੀ ਹੈ। ਇਹਦਾ ਹੈ ਜਨਰਲ ਲਾਅ, ਠੀਕ ਹੈ। ਜਿਹੜਾ offense commit ਕੀਤਾ, ਜੇ ਕਿਸੇ ਚੋਰੀ ਕੀਤੀ ਇਨਸਟੀਗੇਟ ਕਰਨ ਦੇ ਨਾਲ ਚੋਰੀ ਦੀ ਜੋ ਸਜ਼ਾ ਹੋਏਗੀ, ਅਬੈਟਮੈਂਟ ਦੀ ਕੋਈ ਸਜ਼ਾ ਥੋੜਾ ਹੈਗੀ ਹੈ। ਅਬੈਟਮੈਂਟ ਦੀ ਸਜ਼ਾ ਤਾਂ ਉਹ ਸਜ਼ਾ ਹੈ ਜਿੰਨੀ ਜੁਰਮ ਦੀ ਸਜ਼ਾ ਹੋਏਗੀ, ਠੀਕ ਹੈ। ਜੁਰਮ ਕਿਹੜਾ ਹੋਇਆ? ਅਬੈਟਮੈਂਟ ਕਰਨ ਦੇ ਨਾਲ 7 ਤਰ੍ਹਾਂ ਦੇ ਸੈਂਕੜੇ ਤਰ੍ਹਾਂ ਦੇ ਜੁਰਮ ਹੋ ਸਕਦੇ ਨੇ। ਅਬੈਟਮੈਂਟ ਕਰਨ ਨਾਲ ਕੋਈ ਚੋਰੀ ਵੀ ਕਰ ਸਕਦਾ ਹੈ, ਅਬੈਟਮੈਂਟ ਕਰਨ ਦੇ ਨਾਲ ਕੋਈ ਅੱਗ ਵੀ ਲਗਾ ਸਕਦਾ ਹੈ, ਅਬੈਟਮੈਂਟ ਕਰਨ ਦੇ ਨਾਲ ਕੋਈ ਛਾਲ ਵੀ ਮਾਰ ਸਕਦਾ ਹੈ, ਅਬੈਟਮੈਂਟ ਕਰਨ ਦੇ ਨਾਲ ਕੋਈ ਕਿਸੇ ਨੂੰ ਲੁੱਟ ਵੀ ਸਕਦਾ ਹੈ, ਠੀਕ ਹੈ। ਅਬੈਟਮੈਂਟ ਕਰਨ ਦੇ ਨਾਲ ਬਹੁਤ ਸਾਰੇ, ਇਸ ਕਰਕੇ ਜਨਰਲ ਲਾਅ ਇਹ ਹੈਗਾ ਵੀ ਜਿੰਨੀ ਕਿਸੇ ਜੁਰਮ ਦੀ ਸਜ਼ਾ ਹੁੰਦੀ ਹੈ ਉਨੀ ਸਜ਼ਾ ਹੀ ਅਬੈਟਮੈਂਟ ਦੀ ਹੁੰਦੀ ਹੈ। ਇਸ ਕਰਕੇ ਕਿਤੇ ਸਪੈਸੀਫਾਈਡ ਨਹੀਂ ਤੁਹਾਨੂੰ ਮਿਲੇਗਾ ਵੀ ਅਬੈਟਮੈਂਟ ਦੀ ਸਜ਼ਾ ਕਿੰਨੀ ਹੁੰਦੀ ਹੈ। ਅਬੈਟਮੈਂਟ ਦੀ ਸਜ਼ਾ ਕਿੰਨੀ ਹੁੰਦੀ ਹੈ ਜਿੰਨੀ ਕਿ ਜੁਰਮ ਦੀ ਸਜ਼ਾ ਹੁੰਦੀ ਹੈ ਜੀ। ਜਿੰਨਾ ਜਿਹੜਾ offense commit ਕੀਤਾ ਹੈ ਜਿੰਨੀ ਉਹਦੀ ਸਜ਼ਾ ਹੋਏਗੀ ਉਹੀ ਅਬੈਟਮੈਂਟ ਦੀ ਸਜ਼ਾ ਹੋਏਗੀ, ਠੀਕ ਹੈ ਜੀ। देखो इतने लिखे इसने no express provision is made by this code for the punishment of such abatement be punished with the punishment provided for the offense। जो offense ਦੀ ਸਜ਼ਾ ਹੈਗੀ ਉਹੀ ਸਜ਼ਾ ਉਸ abatement ਦੀ ਹੋਏਗੀ ਜਿਸ ਕਰਕੇ ਉਹ ਜਿਹੜਾ offense ਹੈ commit ਕੀਤਾ ਗਿਆ ਹੈ। ਨੈਕਸਟ ਚੱਲਦੇ ਹਾਂ ਜੀ ਅੱਗੇ। ਆਨੰਦ ਆ ਰਿਹਾ ਜੀ ਕੁਐਸਚਨ ਕਰਨ ਦੇ? ਦਿੱਕਤ ਤਾਂ ਨਹੀਂ ਆ ਰਹੀ ਕੋਈ? ਜੀ ਸਰ ਬਹੁਤ ਵਧੀਆ ਸਰ। ਮਜ਼ਾ ਆ ਰਿਹਾ ਨਾ? ਸਰ ਬਹੁਤ ਪੇਪਰ ਦਾ ਆ ਰਿਹਾ ਏਦਾਂ ਹੀ ਹੋਣਾ ਚਾਹੀਦਾ ਹੈ। ਲੱਗਦਾ ਪਤਾ ਲੱਗਦਾ ਜੀ। ਹਾਂ ਏਦਾਂ ਹੀ ਪਤਾ ਲੱਗਦਾ ਹੈ ਥੋੜਾ ਜਿਹਾ। ਨੈਕਸਟ ਆਪਾਂ ਚੱਲਦੇ ਹਾਂ। ਮੈਂ ਕੋਈ ਜਲਦਬਾਜ਼ੀ ਨਹੀਂ ਕਰ ਰਿਹਾ ਇਸੇ ਕਰਕੇ ਕਿਉਂਕਿ ਏਦਾਂ ਨਾ ਸਾਨੂੰ ਡਿਸਕਸ਼ਨ ਦੇ ਵਿੱਚ ਜੋ ਤੁਸੀਂ ਪੜ੍ਹ ਲਓਗੇ ਸੁਣ ਲਓਗੇ ਇੱਕ ਦੂਜੇ ਨੂੰ, ਠੀਕ ਹੈ। ਇੱਕ ਦੂਜੇ ਨੂੰ ਸੁਣਨ ਦੇ ਨਾਲ ਜੋ ਯਾਦ ਰਹਿੰਦਾ ਹੈ ਉਹ ਬੰਦਾ ਜਲਦੀ ਭੁੱਲਦਾ ਨਹੀਂ। ਪੜ੍ਹਨਾ ਤੇ ਸੁਣਨੇ 'ਚ ਫਰਕ ਕਾਫੀ ਹੋ ਜਾਂਦਾ ਹੈ। ਕੁਐਸਚਨ ਨੰਬਰ 5 ਹੈਗਾ ਜੀ, ਵਾਟ ਇਜ਼ ਦਾ ਕੁਆਂਟਮ ਆਫ ਪਨਿਸ਼ਮੈਂਟ। ਦੇਖੋ ਇੱਥੇ ਪਨਿਸ਼ਮੈਂਟ ਪੁੱਛੀ ਗਈ ਹੈ। ਵਾਟ ਇਜ਼ ਦਾ ਕੁਆਂਟਮ ਆਫ ਪਨਿਸ਼ਮੈਂਟ ਫਾਰ ਦਾ ਫੋਲੋਇੰਗ offenses। ਇਹ ਨੀਚੇ offense ਦੱਸੇ ਗਏ ਨੇ, ਇਹਨਾਂ ਦੇ ਵਿੱਚ ਸਜ਼ਾ ਕਿੰਨੀ ਹੋ ਸਕਦੀ ਹੈ। ਮੈਨੂੰ ਡਿਸਟ੍ਰਿਕਟ ਵਾਈਜ਼ ਦੱਸਣਗੇ ਜੀ। ਡਿਸਟ੍ਰਿਕਟ ਬਠਿੰਡੇ ਤੋਂ ਦੱਸਣਗੇ ਪਹਿਲਾਂ ਜਗਪਾਲ ਸਿੰਘ ਜੀ। ਬਠਿੰਡੇ ਤੋਂ ਕੋਈ ਹੋਰ ਵੀ ਬੈਠੇ ਨੇ। ਗਿਵਿੰਗ ਬ੍ਰਾਈਬਰੀ ਇਨ ਦਾ ਇਲੈਕਸ਼ਨਸ। ਗਿਵਿੰਗ ਬ੍ਰਾਈਬਰੀ ਇਨ ਦਾ ਇਲੈਕਸ਼ਨਸ। ਇਲੈਕਸ਼ਨ ਦੇ ਵਿੱਚ ਜੇ ਅਸੀਂ ਕਿਸੇ ਨੂੰ ਬ੍ਰਾਈਬਰੀ ਦਿੰਦੇ ਹਾਂ, ਰਿਸ਼ਵਤ ਦਿੰਦੇ ਹਾਂ ਵੀ ਸਾਡੇ ਪ੍ਰਤੀ ਤੂੰ ਆਹ ਫਾਇਦਾ ਕਰਦੇ, ਸਾਡਾ ਇਹ ਫਾਇਦਾ ਕਰਦੇ। 175 ਸਰ
हैं जी 171 सर। इलेक्शन का जिहड़ा साडा चैप्टर हैगा IPC 171 सर। इलेक्शंस चैप्टर 9 चैप्टर नंबर 9A चैप्टर नंबर 9A ये आवाज पछाणी लगती है कौन बोल रहे सीगे बलजीत बोलदा सर। गुरदासपुर तो हाँ बलजीत ठीक है 171 बी आएगा सर 171 बी 171 ब्राइबरी ब्राइबरी है 171 एक्सप्लेनेशन bribery। ऑफ पनिशमेंट 171 सर। पनिशमेंट 171 punishment for bribery पनिशमेंट है ये होना जी। punishment for bribery whoever commits the offense of bribery shall be punished with imprisonment of either description for a term which may extend to 1 year or with fine or with both provided that bribery by cheating shall be punished with fine only देखो ਜਿਹੜਾ ਸਾਡਾ ਇਹ ਚੈਪਟਰ ਹੈਗਾ ਚੈਪਟਰ 9A ਇਟ ਰਿਲੇਟਡ ਵਿਦ ਇਲੈਕਸ਼ਨਸ ਇਲੈਕਸ਼ਨ ਦਾ ਕੋਈ ਵੀ ਕੁਐਸਚਨ ਤੁਹਾਨੂੰ ਆਉਂਦਾ ਹੈ ਤੁਸੀਂ ਇਸੇ ਚੈਪਟਰ 'ਚ ਪਹੁੰਚਦੇ ਸਿੱਧਾ ਠੀਕ ਹੈ ਜੀ ਇਲੈਕਸ਼ਨ ਦੇ ਰਿਗਾਰਡਿੰਗ ਕੁਝ ਵੀ ਤੁਹਾਨੂੰ ਆਉਂਦਾ ਹੈ ਤਾਂ ਤੁਸੀਂ ਇਸ ਚੈਪਟਰ 'ਚ ਪਹੁੰਚਣਾ ਹੈ ਇੱਥੇ ਤੁਹਾਨੂੰ ਮਿਲ ਜਾਣਾ ਹੈ ਇੱਥੇ ਬ੍ਰਾਈਬਰੀ ਬਾਰੇ ਡੈਫੀਨੇਸ਼ਨ ਦਿੱਤੀ ਗਈ ਹੈ ਕੈਂਡੀਡੇਟ ਦੀ ਡੈਫੀਨੇਸ਼ਨ ਦਿੱਤੀ ਗਈ ਹੈ ਇਲੈਕਟੋ ਰਾਈਟ ਕੀ ਹੁੰਦੇ ਨੇ ਠੀਕ ਹੈ ਅਨਡਿਊ ਇਨਫਲੂਐਂਸ ਆਫ ਦਾ ਇਲੈਕਸ਼ਨਸ ਸੀ ਦੇ ਵਿੱਚ ਹੈ ਈ ਦੇ ਵਿੱਚ ਪਨਿਸ਼ਮੈਂਟ ਆ ਜਾਂਦੀ ਹੈ ਸਰ ਇਸ ਦੇ ਵਿੱਚ 171 ਈ ਆਏਗਾ ਮੈਂ ਕਹਿੰਦਾ ਮੈਂ ਪੁਨਿਸ਼ਮੈਂਟ ਪੁੱਛੀ ਹੈ ਨਾ ਪੁਨਿਸ਼ਮੈਂਟ ਦੇ ਸੰਬੰਧ ਵਿੱਚ 171 ਈ 171 ਈ ਆਏਗਾ ਯੈਸ ठीक है जी आगे चलते हैं अनड्यू इन्फ्लुएंस और पर्सोनेशन एट एन इलेक्शन मैनू एक मिनट जी मैं पूछांगा जी डिस्ट्रिक्ट मोहाली तो वैष्णो राज जी दसो सर 171 एक्ट सर 171 एक्ट सर अनड्यू इन्फ्लुएंस हाँ पर्सोनेशन भी ਇਹਦੇ ਵਿੱਚ ਹੀ ਆ ਜਾਂਦਾ ਹੈ ਕਿੰਨੀ ਸਜ਼ਾ ਹੋ ਜਾਂਦੀ ਹੈ ਜੀ 1 ईयर तक की सजा हो सकती है वन मतलब परसोनेशन अनड्यू इन्फ्लुएंस किसी ऊपर गलत तरीके ਨਾਲ ਪ੍ਰਭਾਵ ਪਾ ਕੇ ਵੋਟਾਂ ਮੰਗਣੀਆਂ ਜਾਂ ਫਿਰ ਪਰਸੋਨੇਸ਼ਨ ਗਲਤ ਬੰਦਾ ਖੜਾ ਕਰਕੇ ਵੋਟ ਪਵਾ ਦੇਣੀ ਇਹਦੀ ਥਾਂ ਤੇ ਬੀ ਨੂੰ ਭੇਜ ਦੇਣਾ ਠੀਕ ਹੈ ਇਹਨੂੰ ਪਰਸੋਨੇਸ਼ਨ ਕਹਿੰਦੇ ਨੇ ਅਸੀਂ ਗਲਤ ਬੰਦੇ ਦੀ ਵੋਟਾਂ ਅਕਸਰ ਜਿਵੇਂ ਪੈਂਦੀਆਂ ਰਹਿੰਦੀਆਂ ਨੇ ਪਰਸੋਨੇਸ਼ਨ ਜੇ ਪਰਸੋਨੇਸ਼ਨ ਦੀ ਡੈਫੀਨੇਸ਼ਨ ਆ ਜੇ ਤੁਹਾਨੂੰ ਫਿਰ ਕੀ ਲਿਖੋਗੇ ਇੱਥੇ ਤਾਂ ਇਹਨੇ ਤਾਂ ਪਨਿਸ਼ਮੈਂਟ ਦੀ ਗੱਲ ਕੀਤੀ ਹੈ ਜੇ ਪਰਸੋਨੇਸ਼ਨ ਦੀ ਡੈਫੀਨੇਸ਼ਨ ਆ ਜੇ ਤਾਂ ਕਿੱਥੇ ਲਿਖੋਗੇ 171 ਡੀ ਲਿਖ ਦੋਗੇ ਫਿਰ ਤੁਸੀਂ ਪਰਸੋਨੇਸ਼ਨ ਦੀ ਡੈਫੀਨੇਸ਼ਨ ਆ ਜੇ ਤਾਂ ਲਿਖੋਗੇ 171 ਡੀ ਜੇ ਅਨਡਿਊ ਇਨਫਲੂਐਂਸ ਦੀ ਡੈਫੀਨੇਸ਼ਨ ਆ ਜੇ ਤਾਂ ਤੁਸੀਂ ਲਿਖੋਗੇ 171 ਸੀ ਠੀਕ ਹੈ ਜੀ ਇੱਥੇ ਸਾਡੇ ਤੋਂ ਸ਼ਾਰਟ ਪੁੱਛਿਆ ਗਿਆ ਕੁਆਂਟਮ ਆਫ ਪਨਿਸ਼ਮੈਂਟ ਇੱਥੇ ਕੁਆਂਟਮ ਆਫ ਪਨਿਸ਼ਮੈਂਟ ਦੀ ਗੱਲ ਆ ਜਾਂਦੀ ਹੈ ਫਿਰ ਅਸੀਂ ਲਿਖਾਂਗੇ ਆ ਜਿਹੜਾ ਤੁਸੀਂ ਦੱਸ ਰਹੇ ਹੋ 171 ਈ ਐਫ ਅੱਗੇ ਚੱਲਦੇ ਹਾਂ ਜੀ failure to keep election accounts ਹੁਣ ਤੁਸੀਂ ਦੇਖਦੇ ਹੋ ਡਿਊਟੀਆਂ ਤੁਹਾਡੀਆਂ ਸਭ ਦੀਆਂ ਲੱਗਦੀਆਂ ਨੇ ਨਾਲ ਸਰਵੇਲੈਂਸ ਟੀਮ ਚੱਲਦੀ ਹੈ ਵੀਡੀਓਗ੍ਰਾਫੀ ਟੀਮ ਚੱਲਦੀ ਹੈ ਕੈਂਡੀਡੇਟਸ ਜੋ ਇਲੈਕਸ਼ਨ ਹੁੰਦੀਆਂ ਨੇ ਠੀਕ ਹੈ ਤੇ ਇਹਦੇ ਨਾਲ ਕੀ ਹੁੰਦਾ ਹੈ ਹਰ ਰੋਜ਼ ਡੇਲੀ ਦਾ ਅਕਾਊਂਟ ਰੱਖਣਾ ਪੈਂਦਾ ਕੈਂਡੀਡੇਟਸ ਨੂੰ ਵੀ ਮੈਂ ਹਰ ਰੋਜ਼ ਕਿਤੇ ਮੁਜ਼ਾਹਰਾ ਕੀਤਾ ਕਿਤੇ ਰੈਲੀ ਕੀਤੀ ਹੈ ਕਿੰਨੀਆਂ ਕੁਰਸੀਆਂ ਆਈਆਂ ਕਿੰਨੇ ਟੈਂਟ ਹੋਏ ਕਿੰਨਾ ਖਰਚਾ ਆਇਆ ਠੀਕ ਹੈ ਇਹ ਸਾਰੇ ਅਕਾਊਂਟਸ ਰੱਖਣੇ ਪੈਂਦੇ ਇਲੈਕਸ਼ਨ ਲੜਨ ਵੇਲੇ ਕੈਂਡੀਡੇਟਸ ਨੂੰ ਪਰ ਇੱਥੇ ਆਪਣਾ ਕੁਐਸਚਨ ਹੈ ਫੇਲਰ ਟੂ ਕੀਪ ਇਲੈਕਸ਼ਨ ਅਕਾਊਂਟਸ ਜੇ ਕੋਈ ਕੈਂਡੀਡੇਟ ਆਪਣੇ ਇਲੈਕਸ਼ਨ ਦੇ ਜਿਹੜੇ ਅਕਾਊਂਟ ਹੈ ਉਹ ਨਹੀਂ ਰੱਖ ਪਾਉਂਦਾ ਤੇ ਫੇਲ ਹੋ ਜਾਂਦਾ ਤਾਂ ਕੀ ਹੁੰਦਾ ਉਹਦੇ ਵਿੱਚ ਡਿਸਟ੍ਰਿਕਟ ਪਠਾਨਕੋਟ ਤੋਂ ਜੀ ਜਤਿੰਦਰ ਜੀ
ਜੀ ਸਰ ਡਿਸਟ੍ਰਿਕਟ ਪਠਾਨਕੋਟ ਤੋਂ ਜਤਿੰਦਰ ਦੱਸੋਗੇ ਜੀ ਤੁਸੀਂ ਇਹ ਜਿਹੜਾ ਕੁਐਸਚਨ ਹੈ ਕਿੱਥੇ ਹੈਗਾ? ਫੇਲਰ ਟੂ ਕੀਪ ਇਲੈਕਸ਼ਨ ਅਕਾਊਂਟਸ, ਕੀ ਇਲੈਕਸ਼ਨ ਫੇਲਰ ਟੂ ਕੀਪ ਇਲੈਕਸ਼ਨ ਅਕਾਊਂਟਸ, ਆਪਦੇ ਅਕਾਊਂਟ ਨਹੀਂ ਮੇਨਟੇਨ ਕੀਤੇ ਕਿਸੇ ਨੇ, ਕੈਂਡੀਡੇਟ ਨੇ, ਇਹ ਕਹਿ ਲਈ ਆਪਾਂ। ਸਰ ਇਹ ਹੈਗਾ ਜੀ 171 ਆਈ 171I ਬਿਲਕੁਲ ਠੀਕ ਹੈ। ਫੇਲਰ ਟੂ ਕੀਪ ਇਲੈਕਸ਼ਨ ਅਕਾਊਂਟਸ ਪਨਿਸ਼ੇਬਲ ਵਿਦ ਫਾਈਨ ਵਿਚ may extend to 500 rupees। ਜੀ ਦੇਖੋ ਜਿੱਥੇ ਇਲੈਕਸ਼ਨ ਦੀ ਗੱਲ ਆ ਗਈ ਤਾਂ ਅਸੀਂ ਸਿੱਧੇ ਇਸੇ ਚੈਪਟਰ ਜਾਣਾ ਹੈ ਜੀ, ਕਿਤੇ ਹੋਰ ਜਾਣਾ ਨਹੀਂ ਹੈ, ਇੱਥੋਂ ਸਾਨੂੰ ਮਿਲ ਜਾਣਾ ਕੁਐਸਚਨ। ਨੈਕਸਟ ਚੱਲਦੇ ਹਾਂ, ਲੀਗਲ ਪੇਮੈਂਟਸ ਇਨ ਕਨੈਕਸ਼ਨ ਵਿਦ ਦਾ ਇਲੈਕਸ਼ਨ। ਇਹ ਤੁਹਾਡਾ ਦੇਖੋ ਪੂਰਾ 10 ਨੰਬਰ ਦਾ ਜਿਹੜਾ ਕੁਐਸਚਨ ਹੈਗਾ ਸਾਰਾ ਇਹ ਚੈਪਟਰ, ਛੋਟਾ ਜਿਹਾ ਚੈਪਟਰ ਹੈਗਾ ਇਹ ਇਲੈਕਸ਼ਨ ਦਾ। ਲੀਗਲ ਪੇਮੈਂਟਸ ਇਨ ਕਨੈਕਸ਼ਨ ਵਿਦ ਦਾ ਐਨ ਇਲੈਕਸ਼ਨ, ਲੀਗਲ ਪੇਮੈਂਟ ਕੀਤੀਆਂ ਇਲੈਕਸ਼ਨ ਦੇ ਵਿੱਚ। ਸੈਕਸ਼ਨ 171 ਹੈ ਸਰ ਇਹ ਦੱਸਿਓ ਮਾੜਾ ਜਿਹਾ ਜਿਸਲੇ ਇਹਨੂੰ ARO ਵਗੈਰਾ ਸਜ਼ਾ ਦੇਣਗੇ ਕਿ ਕੌਣ ਸਜ਼ਾ ਇਹਨੂੰ ਸਿਵਲ ਕੋਰਟ ਹੀ ਦਊਗੀ? ਨਹੀਂ ਕੋਰਟ ਸਜ਼ਾ ਦਾ ਇਲੈਕਸ਼ਨ ਦੇ ਵਿੱਚ ਘੁੰਮਦੇ ਆ ਕੋਈ ਵੀ ਜਾਂ ਕੋਈ ਵੀ ਹੁੰਦੇ ਆ ਫਿਰ ਇਹ ਬਣਾ ਕੇ ਦਊਗੇ। ਜਿਸ ਆਫੀਸਰ ਦੀ ਡਿਊਟੀ ਹੈ ਇਲੈਕਸ਼ਨ ਦੇ ਅਕਾਊਂਟਸ ਨੂੰ ਚੈੱਕ ਕਰਨਾ, ਸਪੈਸ਼ਲ ਤੌਰ ਤੇ ਲਗਾਏ ਜਾਂਦੇ ਨੇ ਆਫੀਸਰ, ਬਾਹਰੋਂ ਆਉਂਦੇ ਆ, ਆਪਾਂ ਦੇਖਦੇ ਆ IAS ਆਫੀਸਰਸ, ਠੀਕ ਹੈ, ਜਿਨ੍ਹਾਂ ਨੇ ਇਹਨਾਂ ਦੇ ਅਕਾਊਂਟਸ ਚੈੱਕ ਕਰਨੇ ਹੁੰਦੇ ਨੇ, ਇਹ ਉਹਦੀ ਰਿਪੋਰਟ ਦੇ ਉੱਪਰ ਪਰਚਾ ਦਰਜ ਹੋਏਗਾ ਜੀ। ਸਜ਼ਾ ਹੋਣੀ ਹੈ, ਕੋਰਟ ਨਹੀਂ ਕਰਨੀ ਹੈ। ARO ਵਗੈਰਾ ਥਾਣੇ ਨੂੰ ਭੇਜਣਗੇ, ਥਾਣੇ ਤੋਂ ਅੱਗੇ ਕੋਰਟ ਦੇ ਵਿੱਚ ਹੋਊਗਾ ਪੇਸ਼। ਹਾਂਜੀ ਹਾਂ, FIR ਲੌਜ ਹੋਏਗੀ ਪੁਲਿਸ ਕੋਲੇ, ਠੀਕ ਹੈ ਜੀ। ਸਾਡੇ ਡਿਪਾਰਟਮੈਂਟ ਨਾਲ ਰਿਲੇਟਡ ਆ ਗਿਆ, ਸਾਡੇ ਆਫੀਸਰਸ ਹੀ ਬਣਦੇ ਹੈਗੇ। ਹਾਂ ਠੀਕ ਹੈ ਸਰ। ਨੈਕਸਟ ਆ ਗਿਆ ਜੀ ਫਾਲਸ ਸਟੇਟਮੈਂਟ ਇਨ ਕਨੈਕਸ਼ਨ ਵਿਦ ਦਾ ਐਨ ਇਲੈਕਸ਼ਨ। ਫਾਲਸ ਸਟੇਟਮੈਂਟ ਇਨ ਕਨੈਕਸ਼ਨ ਵਿਦ ਇਲੈਕਸ਼ਨ, ਕੋਈ ਫਾਲਸ ਸਟੇਟਮੈਂਟ ਦਿੰਦੇ ਇਲੈਕਸ਼ਨ ਦੇ ਦੌਰਾਨ। ਬਹੁਤ ਵਧੀਆ ਕੁਐਸਚਨ ਹੈ, ਸਾਰੇ ਤੁਹਾਡੇ ਪੂਰੇ ਪੈਟ ਪਏ ਨੇ ਏਦਾਂ ਹੀ। 171 ਜੀ ਹੈ ਜੀ, 171 ਜੀ ਸਰ, 171 ਜੀ ਸਰ, ਜੀ 171 ਜੀ ਸਰ। ਗੁੱਡ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਪਨਿਸ਼ ਵਿਦ ਫਾਈਨ ਓਨਲੀ। ਫਾਲਸ ਸਟੇਟਮੈਂਟ ਜੇ ਕੋਈ ਦਿੰਦਾ ਹੈ ਤਾਂ ਉਸ ਨੂੰ ਫਾਈਨ ਕੀਤਾ ਜਾ ਸਕਦਾ ਹੈ, ਪਰ ਫਾਈਨ ਦੇਖੋ ਇੱਕ ਵਾਰੀ ਫਾਈਨ ਹੁੰਦਾ ਹੈ ਤਾਂ ਫਾਈਨ ਹੈ, ਚਾਹੇ ਉਹ 500 ਰੁਪਏ ਦਾ ਹੋ ਗਿਆ, ਠੀਕ ਹੈ, ਬੇਸ਼ੱਕ ਉਹ 5 ਲੱਖ ਰੁਪਏ ਦਾ ਹੋ ਗਿਆ, ਫਾਈਨ ਤਾਂ ਫਾਈਨ ਹੀ ਕਿਹਾ ਜਾਂਦਾ ਹੈ। ਉਹਦੇ ਜਿਹੜੇ ਕਨਸੀਕੁਐਂਸਿਸ ਨੇ ਉਹ ਭੁਗਤਣੇ ਪੈਂਦੇ ਨੇ ਫਾਈਨ ਦੇ। ਫਿਰ ਅੱਗੇ ਚੱਲਦੇ ਹਾਂ ਜੀ। ਕੁਐਸਚਨ ਨੰਬਰ 6 ਹੈਗਾ ਇਹਦਾ, ਵਾਟ ਇਜ਼ ਦਾ ਮੀਨਿੰਗ ਆਫ ਗਿਵਿੰਗ ਫਾਲਸ ਐਵੀਡੈਂਸ। ਵੈਰੀ ਇੰਪੋਰਟੈਂਟ ਸੈਕਸ਼ਨਸ ਹੈ ਇਹ, ਬਹੁਤ ਮਤਲਬ ਰੂਟੀਨ ਦੇ ਵਿੱਚ ਯੂਟਿਲਾਈਜ਼ ਕਰਦੇ ਹਾਂ ਅਸੀਂ। ਗਵਾਹੀਆਂ ਹੁੰਦੀਆਂ, ਠੀਕ ਹੈ, ਜੇ ਕੋਈ ਫਾਲਸ ਐਵੀਡੈਂਸ ਦਿੰਦਾ ਹੈਗਾ, ਵਾਟ ਇਜ਼ ਦਾ ਮੀਨਿੰਗ ਆਫ ਗਿਵਿੰਗ ਫਾਲਸ ਐਵੀਡੈਂਸ। 191 192 ਜੀ 91 ਹੈ। Giving false evidence, क्वेश्चन की है व्हाट इज द मीनिंग ऑफ गिविंग false evidence। 191 कवर करेगा। Whoever being legally bound by an oath or by an express provision of law to state the truth, ਜਿਹੜਾ ਵੀ ਕੋਈ ਵਿਅਕਤੀ ਸੱਚਾਈ ਸਟੇਟ ਕਰਨ ਦੇ ਲਈ ਜ਼ਿੰਮੇਵਾਰ ਹੈਗਾ, ਬਾਉਂਡ ਹੈਗਾ, being bound by law to make a declaration upon any subject, makes any statement which is false and which he either knows or believes to be false, does not believe to be true, ਉਹਨੂੰ ਪਤਾ ਹੈ ਵੀ ਮੈਂ ਗਲਤ ਦੇ ਰਿਹਾ, ਠੀਕ ਹੈ, is said to give false evidence। ਜਿਹੜੀ ਐਵੀਡੈਂਸ ਹੈ ਇਹ ਵਰਬਲੀ ਵੀ ਹੋ ਸਕਦੀ ਹੈ, ਅਦਰਵਾਈਜ਼ ਵੀ ਹੋ ਸਕਦੀ ਹੈ। Explanation है, person may be guilty of giving false evidence by stating that he believes a thing which he does not believe, as well as by stating that he knows a thing which he does not know। यदि ਤੁਸੀਂ ਜੇ ਇੱਥੇ ਇੱਕ ਐਗਜ਼ਾਮਪਲ ਦੇ ਦੋਗੇ ਤਾਂ ਜ਼ਿਆਦਾ ਬੈਟਰ ਹੋਏਗਾ। ਕਿੰਨੇ ਨੰਬਰ ਦਾ ਕੁਐਸਚਨ ਹੈ? 5 ਨੰਬਰ ਦਾ ਹੈ ਜੀ। ਕਿੰਨਾ ਨੰਬਰ ਸੈਕਸ਼ਨ ਦੱਸਿਆ ਸਰ, ਰਿਪੀਟ ਕਰੋ ਪਲੀਜ਼। ਸੈਕਸ਼ਨ 191
ਇੱਥੇ ਜੇ ਤੁਸੀਂ ਐਗਜ਼ਾਮਪਲ ਦੇ ਦੋਗੇ ਤਾਂ ਤੁਹਾਡਾ ਜ਼ਿਆਦਾ ਨੰਬਰ ਦਾ ਵੇਟੇਜ ਵੱਧ ਜਾਂਦੀ ਹੈ ਜੀ। ਇਹ ਐਗਜ਼ਾਮਪਲ ਦੇ ਸਕਦੇ ਹੋ, A in support of just claim which B has against Z for 1000 rupees falsely swears on a trial that he heard Z admits the justice of B's claim. A has given false evidence. ਜਦੋਂ ਕੋਈ ਪੈਸੇ ਲੱਗੇ ਕਿਸੇ ਹੋਰ ਤਰੀਕੇ ਦੇ ਨਾਲ ਕੋਈ ਫਾਲਸ ਐਵੀਡੈਂਸ ਦੇ ਦਿੰਦਾ ਹੈ, ਠੀਕ ਹੈ ਜੀ, ਉਹ ਫਾਲਸ ਐਵੀਡੈਂਸ ਦੇ ਲਈ offense ਕੀਤਾ ਹੁੰਦਾ ਉਸ ਵੱਲੋਂ। ਨੈਕਸਟ ਪੜ੍ਹਦੇ ਹਾਂ ਜਿਹਦਾ ਇਹ 191 ਠੀਕ ਹੈ, ਤੁਸੀਂ ਲਿਖ ਦੋਗੇ, ਬਿਲਕੁਲ ਠੀਕ ਹੈਗਾ। ਜੇ ਟਾਈਮ ਹੈਗਾ ਤਾਂ ਐਗਜ਼ਾਮਪਲ ਦੇ ਦਿਓਗੇ, ਨਹੀਂ ਤਾਂ ਲੋੜ ਨਹੀਂ ਹੈਗੀ। ਨੈਕਸਟ ਜੀ ਇੱਕ ਹੋਰ ਇਹਦਾ ਬੀ ਪਾਰਟ ਹੈ 6 ਨੰਬਰ ਦਾ, A being bound by an oath to state the truth states that he believes a certain signature to be handwriting of Z. A being bound by an oath to state the truth, A bound ਹੈਗਾ ਸੱਚ ਬੋਲਣ ਦੇ ਲਈ, states that he believes a certain signature to be of handwriting of Z. ਕਹਿੰਦਾ ਵੀ ਹਾਂ ਇਹ ਜਿਹੜੇ ਸਿਗਨੇਚਰ ਨੇ Z ਦੇ ਨੇ, when he does not believe to be the handwriting of Z, ਪਰ ਉਹਨੂੰ ਪਤਾ ਨਹੀਂ ਹੈਗਾ ਵੀ Z ਦੀ ਹੈਂਡਰਾਈਟਿੰਗ ਅਸਲ 'ਚ ਹੈਗੀ ਜਾਂ ਨਹੀਂ ਹੈਗੀ, ਪਰ ਫਿਰ ਵੀ ਜਾਣਬੁੱਝ ਕੇ ਉਹ ਕਹਿੰਦਾ ਵੀ ਹਾਂ ਇਹ ਸਿਗਨੇਚਰ Z ਦੇ ਹੈਗੇ, ਜਦੋਂ ਕਿ ਉਹਨੂੰ ਜਾਣਕਾਰੀ ਨਹੀਂ ਹੁੰਦੀ ਅਸਲ ਦੇ ਵਿੱਚ। What offense he has committed? What offense he has committed? ਉਹਨੇ ਕਿਹੜਾ offense commit ਕੀਤਾ ਹੈ? ਉਹਨੂੰ ਪਤਾ ਹੈ ਇਸ ਗੱਲ ਦਾ ਵੀ ਮੈਂ ਜਿਹੜੀ ਮੇਰੀ ਸਟੇਟਮੈਂਟ ਹੈ ਇਟ ਇਜ਼ ਰੋਂਗ। ਹੁਣ ਵਿਸ਼ਵਾਸ ਹੈ 192 ਹੈ ਜੀ 192 ਸਰ। ਨਹੀਂ ਉਹ ਤਾਂ ਫੈਬਰਿਕੇਟ ਕੀਤੀ ਹੈ ਨਾ, 191 ਫੈਬਰਿਕੇਟ 191 B ਜੀ 191 ਦੇ ਵਿੱਚ ਇਲ ਸੈਕਸ਼ਨ ਬੀ ਹੈ ਸਰ, ਉਹੀ ਸਰ ਕਮਿਟਡ 191 ਐਗਜ਼ਾਮਪਲ B। ਪੂਰੀ ਦੀ ਪੂਰੀ ਤੁਹਾਨੂੰ ਐਜ਼ ਇਟ ਇਜ਼ ਪਿਆ ਹੈ ਤੁਹਾਡਾ ਪੇਪਰ ਦੇ ਵਿੱਚ, ਐਗਜ਼ਾਮਪਲ B ਹੈਗੀ ਹੈ, ਬਿਲਕੁਲ ਸੇਮ ਡਿਟੋ ਪਿਆ ਸਰ, ਸੇਮ ਡਿਟੋ ਜੀ ਪਿਆ ਕਾਪੀ ਪਈ ਹੈਗੀ ਹੈ, ਠੀਕ ਹੈ। Here A states that which he knows to be false and therefore gives false evidence. ਇਹਦਾ ਆਨਸਰ ਤੁਹਾਡਾ ਕੀ ਹੈ? Here A states that he knows to be false, ਉਹਨੂੰ ਪਤਾ ਹੈ A ਨੂੰ ਵੀ ਮੈਂ ਗਲਤ ਹਾਂ। Here A states that he knows to be false and therefore gives false evidence. ਜਦੋਂ ਉਹਨੂੰ ਪਤਾ, ਜਦੋਂ ਉਹਨੂੰ ਨਾ ਪਤਾ ਹੁੰਦਾ ਵੀ ਮੈਂ ਗਲਤ ਨਹੀਂ ਹੈਗਾ ਮੈਂ ਸਹੀ ਹਾਂ, ਫਿਰ ਉਹਦਾ offense ਨਹੀਂ ਸੀ ਬਣਦਾ, ਪਰ ਉਹਨੂੰ ਪਤਾ ਹੈ ਵੀ ਮੈਂ ਜਿਹੜਾ ਉਹਦੇ ਸਾਈਨਾਂ ਨੂੰ ਅਟੈਸਟ ਕਰ ਰਿਹਾ, ਕਿਸੇ ਵਿਅਕਤੀ ਦੇ ਸਾਈਨਾਂ ਨੂੰ ਅਟੈਸਟ ਕਰ ਰਿਹਾ ਮੈਂ, ਪਰ ਉਹਦੇ ਸਾਈਨਾਂ ਦੇ ਬਾਰੇ ਮੈਨੂੰ ਪਤਾ ਨਹੀਂ ਹੈਗੇ ਜਾਂ ਨਹੀਂ ਹੈਗੇ, ਫਿਰ ਵੀ ਉਹ ਟੈਸਟ ਕਰ ਰਿਹਾ ਜਾਣਬੁੱਝ ਕੇ ਵੀ, ਕਹਿ ਰਿਹਾ ਵੀ ਹਾਂ ਇਹ ਸਾਈਨ Z ਦੇ ਹੈਗੇ ਨੇ, ਠੀਕ ਹੈ। ਇੱਥੇ ਕੀ ਹੈਗਾ, ਉਸਨੇ ਕੀ ਕਮਿਟ ਕੀਤਾ offense? false evidence ਦਾ offense ਉਹਨੇ ਕਮਿਟ ਕੀਤਾ ਹੈ। What offense A has committed? ਸਾਡਾ ਆਨਸਰ, ਸਾਡਾ ਕੁਐਸਚਨ ਇਹ ਹੈਗਾ, ਸਾਡੇ ਤੋਂ ਪੁੱਛਿਆ ਕੀ ਹੈ A ਨੇ, ਐਗਜ਼ਾਮੀਨਰ ਨੇ ਸਾਡੇ ਤੋਂ ਇਹ ਪੁੱਛਿਆ ਵੀ ਉਹਨੇ ਕੀ offense ਕਮਿਟ ਕੀਤਾ ਹੈ। What offense A has committed? ਕੀ offense ਕਮਿਟ ਕੀਤਾ ਹੈ? A has committed false evidence, offense of false evidence, ਉਹਨੇ false evidence ਕੀਤੀ ਹੈ, ਇਹ ਉਹਦਾ offense ਹੈਗਾ। ਅੱਗੇ ਤੁਸੀਂ ਲਿਖ ਸਕਦੇ ਹੋ ਜੀ, ਉਹਨੂੰ ਫਾਈਨ ਕਿੰਨਾ ਹੁੰਦਾ ਹੈ, ਹੁਣ ਕਿੰਨਾ ਹੁੰਦਾ ਹੈ, ਇਹ ਤੁਸੀਂ ਆਪ ਦੇਖ ਲਓਗੇ, ਤੁਹਾਡੇ ਟਾਈਮ ਤੇ ਡਿਪੈਂਡ ਕਰਦਾ ਹੈਗਾ। ਜੇ ਤੁਸੀਂ ਇਹਨੂੰ ਸਰ ਫਰਦਰ ਇਹਦੇ ਵਿੱਚ ਜਿਹੜਾ ਅੰਕ ਲਿਖਣਾ ਹੈਗਾ, ਸੈਕਸ਼ਨ ਲਿਖਣਾ ਹੈਗਾ 191, ਨੈਕਸਟ ਕੀ ਲਿਖਾਂਗੇ? 191 ਹੀ ਲਿਖੋਗੇ, ਐਵੀਡੈਂਸ ਹੈ, ਫਾਲਸ ਐਵੀਡੈਂਸ ਹੈ ਕੱਲੀ ਬਸ। ਇੱਥੇ ਐਕਸਪਲੇਨੇਸ਼ਨ 2 ਵਗੈਰਾ ਲਿਖਣ ਦੀ, 1 ਵਗੈਰਾ ਲਿਖਣ ਦੀ ਲੋੜ ਨਹੀਂ ਹੈ। ਨਹੀਂ 191 ਲਿਖੋਗੇ, ਸੈਕਸ਼ਨ ਇਹਦੇ ਵਿੱਚ ਫਾਲਸ ਐਵੀਡੈਂਸ ਦੀ ਐਵੀਡੇਸ਼ਨ ਹੈ, ਫਾਲਸ ਐਵੀਡੈਂਸ ਉਹਨੇ ਕਮਿਟ ਕੀਤੀ ਹੈ, ਠੀਕ ਹੈ, ਉਹਨੂੰ ਪਤਾ ਸੀਗਾ। ਸਿਰਫ ਇੰਨਾ ਵੀ ਲਿਖ ਸਕਦੇ ਹਾਂ ਸਰ ਕਿ ਅੰਡਰ ਸੈਕਸ਼ਨ 90 ਉਹ 191 ਦੇ ਤਹਿਤ ਵੀ ਜਿਹੜਾ ਹੁੰਦਾ ਹੈ ਝੂਠੀ ਗਵਾਹੀ ਦੇਣ ਦਾ ਦੋਸ਼ੀ ਹੈ ਜੀ। ਹਾਂ ਦੋਸ਼ੀ ਹੈ, ਉਹਨੇ ਫਾਲਸ ਐਵੀਡੈਂਸ, ਉਹਨੇ offense ਕੀ ਉਹਨੇ ਫਾਲਸ ਐਵੀਡੈਂਸ, ਉਹਨੇ offense ਕੀ ਕਮਿਟ ਕੀਤਾ ਹੈ। ਸਾਡਾ ਕੁਐਸਚਨ ਸਾਨੂੰ ਇਹ ਪੁੱਛਿਆ ਗਿਆ ਹੈ, ਉਹਨੇ offense ਕੀ ਕਮਿਟ ਕੀਤਾ ਹੈ। What offense A has committed? He has committed an offense of false evidence. He is punishable, ਅੱਗੇ ਲਿਖ ਦੋਗੇ, he is punishable for the offense of false evidence under the law. ਜਿਹੜੀ ਇੱਕ ਲਾਈਨ ਦੇ ਵਿੱਚ ਵੀ ਇਹ ਆਨਸਰ ਹੈਗਾ, ਬਿਲਕੁਲ ਹੈਗਾ ਜੀ। 5 ਨੰਬਰ ਦੀ ਕੁਐਸਚਨ ਹੈ ਸਰ,
काफी है जी। हाँ 5 नंबर का क्वेश्चन है। ਠੀਕ ਹੈ ਜੀ, ਕੁਐਸਚਨ ਨੰਬਰ ਤੁਹਾਨੂੰ ਹੁਣ ਇਹ ਇੱਕ ਮੇਰੀ ਮੈਂ ਤੁਹਾਨੂੰ ਇਹ ਸੁਜੈਸਟ ਕਰਾਂਗਾ ਵੀ ਤੁਸੀਂ ਇਸ ਨੂੰ ਜਿਹੜਾ ਪੇਪਰ ਹੈਗਾ ਇਸ ਪੇਪਰ ਨੂੰ ਇੰਗਲਿਸ਼ 'ਚ ਲਿਖਣ ਦੀ ਕੋਸ਼ਿਸ਼ ਕਰਿਓ ਪੰਜਾਬੀ 'ਚ ਲਿਖਣ ਦੀ ਥਾਂ ਤੇ, ਕਿਉਂਕਿ ਜਿਹੜੇ ਇਹ ਸਾਡੇ ਐਗਜ਼ਾਮ ਪੇਪਰ ਹੁੰਦੇ ਆ ਪੇਪਰ ਨੰਬਰ 5 ਪੇਪਰ ਨੰਬਰ 6 ਇਹ ਜੁਡੀਸ਼ੀਅਲ ਆਫੀਸਰਸ ਕੋਲੇ ਜਾਂਦੇ ਆ, ਉਹਨਾਂ ਵੱਲੋਂ ਹੀ ਸੈੱਟ ਕੀਤੇ ਜਾਂਦੇ ਆ ਸ਼ਾਇਦ ਮੇਰਾ ਖਿਆਲ ਹੈ। ਠੀਕ ਹੈ, ਮੇ ਵੀ ਆਈਡੀਆ ਹੈਗਾ ਆਪਣਾ। ਠੀਕ ਹੈ, ਇਸ ਕਰਕੇ ਜਿਹੜੇ ਹੈਗਾ ਇੱਥੇ ਪੰਜਾਬੀ ਵਗੈਰਾ ਯੂਜ਼ ਕਰਨ ਦੀ ਕੋਸ਼ਿਸ਼ ਬੈਟਰ ਹੈਗਾ ਵੀ ਤੁਸੀਂ ਇੰਗਲਿਸ਼ 'ਚ ਹੀ ਆਨਸਰ ਦਿਓ ਇਹਦਾ ਸਾਰਾ। ਠੀਕ ਹੈ ਜੀ, ਅੱਜ ਦਾ ਜਿਹੜਾ ਲੈਕਚਰ ਹੈ ਖਤਮ ਹੋਣ ਤੋਂ ਪਹਿਲਾਂ ਕਿਸੇ ਦਾ ਕੋਈ ਕੁਐਸਚਨ ਹੈ ਜੀ ਦੱਸ ਸਕਦਾ ਹੈ। ਅੱਜ ਪੇਪਰ ਤੁਹਾਨੂੰ ਔਖਾ ਤਾਂ ਨਹੀਂ ਲੱਗਿਆ ਜੀ ਇਹ? ਮੈਨੂੰ ਤਾਂ नहीं सर, जिस तरह पेपर का तो बिल्कुल सौखा लगे जी, ਜੀ बिल्कुल सौखा लगे सर। ਜਦੋਂ ਤੁਸੀਂ ਮਿਹਨਤ ਕੀਤੀ ਵੀ ਹੈ ਫਿਰ ਤਾਂ ਪੇਪਰ ਸਾਰੇ ਸੌਖੇ ਲੱਗਣਗੇ ਇਦਾਂ ਹੀ। ਠੀਕ ਹੈ, ठीक है राइट, ਹਾਂ ठीक है। ਸਰ ਜੀ ਇਹਦੇ ਨਾਲ ਪੁੱਛ ਲਈ ਵੀ ਇਹਦੀ ਜੀ ਸਜ਼ਾ ਕੀ ਤੇ ਉਹ 193 ਚ ਦਿੱਤੀ ਜਾ ਸਕਦੀ ਨਾ? ਸਜ਼ਾ ਤਾਂ ਇਹ 'ਚ ਲਿਖੀ ਹੈਗਾ ਵੀ ਜਿਹੜੀ ਵੀ ਆਫੈਂਸ ਦੀ ਸਜ਼ਾ ਹੋਏਗੀ ਇਹ 3 ਸਾਲ ਸਜ਼ਾ ਦੀ ਹੈਗੀ ਹੈ ਫਾਲਸ ਐਵੀਡੈਂਸ ਦੀ ਸਜ਼ਾ। ਹਾਂਜੀ ਠੀਕ ਹੈ, ਫਾਲਸ ਐਵੀਡੈਂਸ ਦੀ ਜਿਹੜੀ ਸਜ਼ਾ ਹੈਗੀ ਅੱਗੇ ਦਿੱਤੀ ਵੀ ਹੈ। punishment for the false evidence 3 years 7 years ਅਲੱਗ-ਅਲੱਗ ਹੁੰਦੀਆਂ ਨੇ ਜੀ। ਇਹ ਤੁਸੀਂ 193 ਲਿਖ ਸਕਦੇ ਹੋ ਫਿਰ। ਠੀਕ ਹੈ, 193 ਚ ਦੱਸੀਆਂ ਨੇ ਸਜ਼ਾ ਅਲੱਗ-ਅਲੱਗ ਹੁੰਦੀਆਂ ਨੇ, 7 ਸਾਲ ਦੀ ਵੀ ਹੋ ਸਕਦੀ ਹੈ, 3 ਸਾਲ ਦੀ ਵੀ ਹੋ ਸਕਦੀ ਹੈ, 3 ਸਾਲ ਤੱਕ ਦੀ ਵੀ ਹੋ ਸਕਦੀ ਹੈ। punishment for the false evidence whoever intentionally gives false evidence in any stage of judicial proceeding ਜਾਂ ਫਿਰ fabricates ਕਰਦਾ ਹੈ false evidence create ਕਰ ਲੈਂਦਾ ਹੈ for the purpose of being used in any stage of judicial proceeding shall be punished with imprisonment of either description for a term which may extend to 7 years and shall also be liable to fine. And whoever intentionally gives or fabricates false evidence in other case shall be punished with the imprisonment for description which may term extend to 3 years. ਜਿੱਥੇ ਜੁਡੀਸ਼ੀਅਲ ਪ੍ਰੋਸੀਡਿੰਗ ਦੀ ਗੱਲ ਕਰਦੇ ਹਾਂ, ਜਿੱਥੇ ਜੁਡੀਸ਼ੀਅਲ ਪ੍ਰੋਸੀਡਿੰਗ 'ਚ ਕੋਈ ਬੰਦਾ ਫਾਲਸ ਐਵੀਡੈਂਸ ਦਿੰਦਾ ਹੈ ਤਾਂ ਉੱਥੇ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜੇ ਜੁਡੀਸ਼ੀਅਲ ਪ੍ਰੋਸੀਡਿੰਗ ਤੋਂ ਬਿਨਾਂ ਕਿਤੇ ਹੋਰ ਐਵੀਡੈਂਸ ਫਾਲਸ ਐਵੀਡੈਂਸ ਦਿੰਦਾ ਤਾਂ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜੇ ਜੁਡੀਸ਼ੀਅਲ ਪ੍ਰੋਸੀਡਿੰਗ ਦਿੰਦਾ ਹੈ ਕਿਸੇ ਕੋਰਟ ਦੇ ਵਿੱਚ ਜਾ ਕੇ ਗਲਤ ਐਵੀਡੈਂਸ ਦਿੰਦਾ ਹੈ ਤਾਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਫਰਕ ਦੱਸਿਆ ਗਿਆ ਕੋਰਟ ਦੇ ਵਿੱਚ ਗਲਤ ਐਵੀਡੈਂਸ ਦੇਣਾ ਤੇ ਕੋਰਟ ਤੋਂ ਬਾਹਰ ਕਿਤੇ ਹੋਰ ਐਵੀਡੈਂਸ ਦੇਣਾ ਗਲਤ ਦੇਣਾ, ਉਹ ਦੋਹਾਂ ਦੀ ਜਿਹੜੀ ਸਜ਼ਾ ਹੈਗੀ ਹੈ ਕੁਆਂਟਮ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੈਗਾ। ਠੀਕ ਹੈ, ਜੇ ਮੈਜਿਸਟ੍ਰੇਟ ਦੇ ਅੱਗੇ ਜਾ ਕੇ ਕੋਈ ਸਟੇਟਮੈਂਟ ਦੇਣਾ ਉਹ ਹੋਰ ਚੀਜ਼ ਮੈਨੇ ਕਰਦੀ ਹੈ, ਤੇ ਜੇ ਕਿਸੇ ਕੋਰਟ ਦੇ ਵਿੱਚ ਜੁਡੀਸ਼ੀਅਲ ਪ੍ਰੋਸੈਸ ਦੇ ਵਿੱਚ ਜੁਡੀਸ਼ੀਅਲ ਪ੍ਰੋਸੀਡਿੰਗ ਚੱਲ ਰਹੀ ਹੈ ਉੱਥੇ ਜਾ ਕੇ ਤੁਸੀਂ ਮਤਲਬ ਕਿ ਫਾਲਸ ਐਵੀਡੈਂਸ ਦਿੰਦੇ ਹੋ ਜਾਂ ਐਵੀਡੈਂਸ ਕ੍ਰੀਏਟ ਕਰਦੇ ਹੋ ਫੈਬਰੀਕੇਟ ਕਰਦੇ ਹੋ ਤਾਂ ਜਿਹੜੀ ਸਜ਼ਾ ਹੈਗੀ 7 ਸਾਲ ਤੱਕ ਦੀ ਹੋ ਸਕਦੀ ਹੈ, 7 ਸਾਲ ਤੱਕ ਦੀ ਹੋ ਸਕਦੀ ਹੈ। ਐਕਸਟੈਂਡ ਟੂ 7 ਈਅਰ ਮਤਲਬ ਕਿ ਸਾਲ ਤੋਂ ਲੈ ਕੇ 7 ਸਾਲ ਤੱਕ, ਘੱਟ ਵੀ ਹੋ ਸਕਦੀ ਹੈ, 7 ਸਾਲ ਤੱਕ ਦੀ ਹੋ ਸਕਦੀ ਹੈ। ਜੇ ਜੁਡੀਸ਼ੀਅਲ ਪ੍ਰੋਸੀਡਿੰਗ ਤੋਂ ਬਾਹਰ ਕਰਦੇ ਹੋ ਤਾਂ 3 ਸਾਲ ਤੱਕ ਦੀ ਹੋ ਸਕਦੀ ਹੈ। ਠੀਕ ਹੈ ਜੀ, ਕੋਈ ਹੋਰ ਕੁਐਸਚਨ? ਸਰ ਮੈਂ ਚਾਹੁੰਦਾ ਸੀਗਾ ਵੀ ਜਿੱਦਾਂ ਤੁਸੀਂ ਆਪਣੇ ਨੂੰ ਕੋਈ 10-20 ਕੁਐਸਚਨ ਇੱਦਾਂ ਦੇ ਪੁੱਛੋ, ਇਹਦਾ ਪੇਪਰ ਚਲੋ ਬੈਠ ਕੇ ਸੋਲਵ ਅਸੀਂ ਕਰਦੇ ਹਾਂ, ਅੱਜ ਸਾਨੂੰ ਈਜ਼ੀ ਲੱਗਾ ਜਾਂ ਪਹਿਲਾਂ ਈਜ਼ੀ ਲੱਗਦਾ ਜਿਹੜੇ ਪੇਪਰ ਅਸੀਂ ਦੇਖ ਲੈਂਦੇ। ਜੇ ਤੁਸੀਂ ਆਪਣੇ ਨੂੰ ਕੋਈ 50-100 ਕੁਐਸਚਨ ਸਾਨੂੰ ਤਿਆਰ ਕਰਕੇ ਦਿਓ ਉਹ ਅਸੀਂ ਸੋਲਵ ਕਰ ਲੈਂਦੇ, ਸਾਡਾ ਜ਼ਿਆਦਾ ਥੋੜਾ ਜਿਹਾ ਪਤਾ ਲੱਗੂਗਾ ਸਾਨੂੰ। ਸਾਰੇ ਪੇਪਰਾਂ ਦੇ ਦੇ ਦਿਓ 100 ਕੁਐਸਚਨ ਤਿਆਰ ਕਰਕੇ, ਜਿਹਨਾਂ ਸਾਨੂੰ ਇੱਕ ਤਾਂ ਇੰਪੋਰਟੈਂਸ ਉਹਦੀ ਪਤਾ ਲੱਗੂਗੀ, ਕੁਐਸਚਨ ਦੀ ਲੱਭਣ ਦਾ ਤਰੀਕਾ ਪਤਾ ਲੱਗ ਜਾਊ। ਦੇਖੋ ਕੁਐਸਚਨ ਪੇਪਰ ਤਾਂ ਆਂਦੇ ਤਾਂ ਅਕਸਰ ਕੁਐਸਚਨ ਪੇਪਰਾਂ 'ਚ ਆਂਦੇ ਤਾਂ ਕੁਐਸਚਨ ਪੇਪਰਾਂ 'ਚ ਹੀ ਨੇ। ਤੁਸੀਂ ਇਦਾਂ ਕਰੋ ਨਾ, ਤੁਸੀਂ ਜਿਹੜੇ 4-4 5-5 ਕੁਐਸਚਨ 6-6 ਪੇਪਰ ਕਰ ਲਓ, ਆਂਦੇ ਸਾਰੇ ਰਿਪੀਟ ਹੋ ਕੇ ਆਂਦੇ ਉਦਾਂ ਹੀ ਹੈ, ਆਂਦੇ ਕੁਐਸਚਨ ਪੇਪਰ 'ਚ ਨਹੀਂ ਸਾਰੇ ਦੇ ਸਾਰੇ ਕੁਐਸਚਨ
ਬਾਹਰੋਂ ਤਾਂ ਨਹੀਂ ਆਉਂਦੇ ਹੈਗੇ। ਕਈ ਵਾਰੀ ਐਗਜ਼ਾਮੀਨਰ ਬਣਾ ਵੀ ਲੈਂਦੇ ਆਪਣੇ ਪੱਧਰ ਤੇ ਕੁਐਸਚਨ ਪੇਪਰ ਬਣਾ ਵੀ ਲੈਂਦੇ ਨੇ। ਪਰ ਦੇਖੋ ਹੁਣ ਜਿਹੜਾ ਤੁਸੀਂ ਇਹ ਪੇਪਰ ਪੜ੍ਹਿਆ ਸਾਰਾ, ਇਹ ਤਾਂ ਸਾਰਾ ਤੁਹਾਡਾ ਐਜ਼ ਇਟ ਇਜ਼ ਹੀ ਪਿਆ ਹੈਗਾ ਬੁੱਕ ਦੇ ਵਿੱਚ। ਮੇਰੀ ਪਿਛਲੇ ਕੁਐਸਚਨ ਪੇਪਰਾਂ ਦੇ ਇਸ ਤਰੀਕੇ ਘੁੰਮ ਘੁਮਾ ਕੇ ਹੀ ਆਏ ਨੇ ਜ਼ਿਆਦਾਤਰ। ਹਾਂਜੀ, ਜੇ ਪਿਛਲੇ ਕੁਐਸਚਨ ਪੇਪਰਾਂ ਨੂੰ ਵੇਖਦੇ ਹਾਂ ਘੁੰਮ ਘੁਮਾ ਕੇ ਤਕਰੀਬਨ ਇਹ ਘੁੰਮ ਘੁਮਾ ਕੇ ਉਹੀ ਇੰਪੋਰਟੈਂਟ ਜੇ, ਜਿਵੇਂ ਹੁਣ 144 145 42 140 ਸੈਕਸ਼ਨ ਦਾ ਪੇਪਰ ਆਉਂਦਾ ਹੈਗਾ, ਠੀਕ ਹੈ। ਇਹਦਾ ਕੁਛ ਤਾਂ ਜਿਹੜੇ ਪੱਕੇ ਜੀ ਹੁੰਦੇ ਆ ਕੁਐਸਚਨ ਜਿਹੜੇ ਆਣੇ ਨੇ, ਉਹ ਆਪਾਂ ਇੱਕ ਵਾਰੀ ਫਿਰ ਰਿਪੀਟ ਕਰ ਲਾਂਗੇ ਪੇਪਰ ਦੇ ਨੇੜੇ ਜਾ ਕੇ, ਵੀ ਕਿਹੜੇ ਸੈਕਸ਼ਨ ਤੇ ਤੁਸੀਂ ਜ਼ਿਆਦਾ ਕੰਸੈਂਟਰੇਟ ਕਰਨਾ ਹੈ। ਠੀਕ ਹੈ, ਸਰ 4-5 ਪਿਛਲੇ ਪੇਪਰ ਉਹ ਕਰਾ ਹੀ ਦਿਓ ਜੀ। ਆਪਾਂ ਕਰਾ ਹੀ ਰਹੇ ਹਾਂ, ਹਾਂਜੀ ਆਪਾਂ ਕਰਾ ਹੀ ਰਹੇ ਹਾਂ, ਆਪਾਂ ਇਹੀ ਕੋਸ਼ਿਸ਼ ਕਰਾ ਰਹੇ ਹਾਂ। ਕਿਉਂਕਿ ਏਦਾਂ ਹੈ, ਮੈਂ ਜਦੋਂ ਤੱਕ ਮੈंने ਦੇਖਿਆ ਨਾ ਐਗਜ਼ਾਮੀਨਰ ਦਾ ਜਿਹੜਾ ਟ੍ਰੈਂਡ ਹੈਗਾ, ਪਹਿਲਾਂ ਕੁਝ ਜਦੋਂ ਜ਼ਿਆਦਾ ਪੁਰਾਣੇ ਪੇਪਰ ਸੀਗੇ ਉੱਥੇ ਸਿਲੇਬਸ ਦੇ ਤੁਹਾਡੇ ਕੋਈ ਫਰਕ ਸੀਗਾ, ਉਹਦੇ ਵਿੱਚ ਕੁਝ ਬਹੁਤ ਸਾਰੇ ਕੁਐਸਚਨ ਇਦਾਂ ਸੀ ਜਿਹੜੇ ਤੁਹਾਡੇ ਸਿਲੇਬਸ ਦੇ ਵਿੱਚ ਕਵਰ ਹੀ ਨਹੀਂ ਸੀ ਹੁੰਦੇ, ਤੁਸੀਂ ਲੱਭੀ ਜਾਂਦੇ ਸੀ, ਲੱਭਦੇ ਨਹੀਂ ਸੀਗੇ। ਪਰ ਹੁਣ ਰੀਸੈਂਟਲੀ ਜਾ ਕੇ ਕੁਝ ਹੌਲੀ 2019 ਦੇ ਵਿੱਚ 2020 ਦੇ ਵਿੱਚ ਆ ਕੇ ਜਿਹੜੇ ਪੇਪਰ ਨੇ ਇਹ ਕਾਫੀ ਠੀਕ ਹੋ ਚੁੱਕੇ ਨੇ। ਇਹ ਥੱਲੋਂ ਫੀਡਬੈਕ ਜਾਂਦੀ ਹੈ, ਠੀਕ ਹੈ, ਉਹਦੇ ਅਕੋਰਡਿੰਗ ਕਾਫੀ ਫਰਕ ਪੈ ਜਾਂਦਾ ਹੈ। ਆਫਿਸਰ ਦੇ ਕੋਲ ਸਾਰੇ ਇੱਕ ਦੂਜੇ ਨੂੰ ਜਾਣਦੇ ਪਛਾਣਦੇ ਹੁੰਦੇ ਨੇ, ਤੇ ਉਹਦੇ ਨਾਲ ਕਿਹਾ ਜਿਹੜੇ ਕੁਐਸਚਨ ਪੇਪਰ ਤੁਹਾਡੇ 2019 18 19 20 ਚ ਆ ਰਹੇ ਨੇ, ਇਹ ਬਿਲਕੁਲ ਸਹੀ ਆ ਰਹੇ ਨੇ। ਉਦੋਂ ਪਹਿਲਾਂ ਥੋੜਾ ਜਿਹਾ ਸਿਲੇਬਸ ਦੇ ਅਕੋਰਡਿੰਗ ਥੋੜਾ ਫਰਕ ਰਹਿੰਦਾ ਸੀਗਾ, ਠੀਕ ਹੈ। ਹੁਣ ਕੋਈ ਦਿੱਕਤ ਨਹੀਂ ਤੁਹਾਨੂੰ, ਹੁਣ ਪੇਪਰ ਤੁਹਾਡਾ ਬਹੁਤ ਵਧੀਆ ਆਉਂਦੇ ਹੈਗੇ 2020 ਦੇ। ਸਰ ਕੁਝ ਕੁਐਸਚਨ ਜਿਹੜੇ ਹੈ 20 ਮਾਰਕਸ ਤੇ ਹੈ, 20 ਮਾਰਕਸ ਤੇ। ਉਹ ਜਿੱਥੇ 5 ਕੁਐਸਚਨ ਕੀਤੇ ਸਿਰਫ ਓਨਲੀ 5, ਇਸ ਇਜ਼ ਸਿੰਗਲ ਕੁਐਸਚਨ ਜੀ ਹੈ ਜੀ, 20 ਮਾਰਕਸ 20 ਨੰਬਰ ਦਾ। ਹਾਂਜੀ 20 ਨੰਬਰ। ਮੈਂ ਦੇਖਿਆ ਇੱਕ ਦੋ ਕੁਐਸਚਨ ਪੇਪਰ ਦੇਖਿਆ ਜਿੱਥੇ 5 ਹੀ ਕੁਐਸਚਨ ਚ ਸਿਰਫ ਪੇਪਰ ਹੀ ਚ ਸਿਰਫ ਕੁਐਸਚਨ ਹੀ 5 ਪਾਏ ਗਏ ਸੀ, ਸਾਰੇ 20 ਨੰਬਰ ਦੇ ਜੀ ਕੁਐਸਚਨ ਵੀ ਆਏ ਹੈਗੇ ਕਈ ਜਗ੍ਹਾ ਤੇ। ਪਰ ਉਹ ਠੀਕ ਹੈ, ਚਲੋ ਹਰ ਐਗਜ਼ਾਮੀਨਰ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਹੈ। ਪਰ ਜੇ ਕਿਸੇ ਵਿਅਕਤੀ ਨੂੰ ਜਿਹੜੇ ਦੇਖੋ, ਜਿਹੜੇ ਕੁਐਸਚਨ ਪੇਪਰ ਦਾ ਮਤਲਬ ਕੀ ਹੁੰਦਾ ਹੈ, ਤੁਹਾਨੂੰ ਟੈਸਟ ਕਰਨਾ ਵੀ ਜਿਹੜਾ ਸਟੂਡੈਂਟ ਹੈਗਾ ਉਹਨੂੰ ਕਿੰਨੀ ਕੁ ਜਾਣਕਾਰੀ ਹੈਗੀ ਹੈ। ਸਿਰਫ 5 ਪੇਪਰਾਂ ਦੇ 5 ਕੁਐਸਚਨ ਨਾਲ ਤੁਸੀਂ ਟੈਸਟ ਨਹੀਂ ਹੋ ਜਾਂਦੇ, ਠੀਕ ਹੈ ਨਾ। ਜਿਵੇਂ ਹੁਣ ਆਹ ਜਿਹੜਾ ਪੇਪਰ ਤੁਸੀਂ ਪੜ੍ਹ ਰਹੇ ਅੱਜ ਪੜ੍ਹਿਆ, ਇਹਦੇ ਵਿੱਚ ਤੁਹਾਡੇ ਕੋਲ ਕਿੰਨੇ ਕੁਐਸਚਨ ਆ ਗਏ, ਘੱਟੋ ਘੱਟ ਮੇਰੇ ਖਿਆਲ ਹੈ 12 ਕੁਐਸਚਨ ਤਾਂ ਹੈਗੇ ਆ, ਕਈਆਂ ਦੇ 5-5 ਪਾਰਟ ਨੇ, 12 ਦਾ ਨਹੀਂ 24 25 35 40 ਕੁਐਸਚਨ ਦੇ ਕਰੀਬ ਆ ਗਏ, ਠੀਕ ਹੈ। ਪਤਾ ਲੱਗਦਾ ਵੀ ਸਟੂਡੈਂਟ ਨੇ ਕੁਝ ਪੜ੍ਹਿਆ ਜਾਂ ਨਹੀਂ ਪੜ੍ਹਿਆ ਹੋਇਆ। ਹੁਣ 5 ਕੁਐਸਚਨ ਦੇ ਨਾਲ ਤਾਂ ਨਹੀਂ ਤੁਸੀਂ ਟੈਸਟ ਹੁੰਦਾ ਆਪਣਾ ਕਿਸੇ ਦਾ, ਹੈ ਨਾ। ਤੇ ਉਹ ਹੁੰਦਾ ਵੀ ਇਦਾਂ ਦਾ, ਜੇ ਕਿਸੇ ਨੂੰ ਨਹੀਂ ਪਤਾ ਲੱਗਿਆ ਤਾਂ ਆਲਾ ਫੇਰ ਸਿੱਧਾ ਹੀ, ਹਾਂਜੀ, ਹੈ ਨਾ। ਇਦਾਂ ਤਾਂ ਦੇਖੋ, ਇਦਾਂ ਇਹ ਜਿਹੜਾ ਤਰੀਕਾ ਹੈਗਾ ਇਹ ਬਹੁਤ ਵਧੀਆ ਲੱਗਿਆ ਮੈਨੂੰ, ਜਿਹੜਾ ਹੁਣ ਪਾਰਟਸ ਦੇ ਵਿੱਚ ਹੋਣ ਦੀ ਅਡਾਪਟ ਹੋ ਰਿਹਾ ਹੈਗਾ, ਠੀਕ ਹੈ। ਠੀਕ ਹੈ ਜੀ, ਕੱਲ ਅਸੀਂ ਪੜਾਂਗੇ CPC, ਤੇ ਫਿਰ ਨੈਕਸਟ ਜਿਹੜਾ ਵੀਕ ਹੈ ਉਹਦਾ ਸ਼ਡਿਊਲ ਬਣਾਵਾਂਗੇ ਆਪਾਂ, ਥੋੜਾ ਫਿਰ ਟਾਈਮ ਡਿਵੋਟ ਜ਼ਿਆਦਾ ਕਰਾਂਗੇ, ਠੀਕ ਹੈ ਜੀ, ਅੱਗੇ ਤੁਹਾਨੂੰ ਕੰਸਲਟੇਸ਼ਨ ਦੇ ਨਾਲ ਥੋੜਾ ਜ਼ਿਆਦਾ ਬੈਨੀਫਿਟ ਹੋਵੇ। ਓਕੇ, ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ।